सतनाम श्री वाहिगुरु साहिब जी। भावी के भाव अभाव यथा, ना रमो तिन मोह नभ को सुमना। मद के भोग के मध्य रमो, गत राग भरमे अन उतरना। भावी के भाव अभाव यथा। वाहिगुरु जी का खालसा वाहिगुरु जी की फतेह। ਵਿਰਾਗ ਸ਼ਤਕ ਗ੍ਰੰਥ ਭਰਤਰੀ ਮਹਾਰਾਜ ਜੀ ਦਾ ਆਪਾਂ ਪੜ੍ਹ ਰਹੇ ਹਾਂ। 29 ਛੰਦ ਗੁਰੂ ਸਾਹਿਬ ਦੀ ਕਿਰਪਾ ਨਾਲ ਹੋ ਚੁੱਕੇ ਹੈ। ਗੁਰੂ ਮਹਾਰਾਜ ਦੀ ਕਿਰਪਾ ਨਾਲ ਆਪਾਂ ਵਿਰਾਗ ਸ਼ਤਕ ਪੜ੍ਹ ਵਿਚਾਰ ਰਹੇ ਹਾਂ। ਅੱਜ ਸਵਈਆ ਭਾਵ 30ਵਾਂ ਛੰਦ ਪਹਿਲੇ ਅਧਿਆਏ ਦਾ ਪ੍ਰਾਰੰਭ ਕਰਾਂਗੇ, ਜਿਹਦੇ ਵਿੱਚ ਮਨ ਨੂੰ ਸਿੱਖਿਆ ਦੇ ਰਹੇ ਆ ਅਤੇ ਮਨ ਨੂੰ ਕਹਿ ਰਹੇ ਵੀ ਮਨ ਵੇਖ ਤੂੰ ਤੇ ਉਸ ਪਰਮਾਤਮਾ ਦੀ ਅੰਸ਼ ਹੈ। ਅਸਲ ਵਿੱਚ ਸਾਰਾ ਕੁਝ ਪਰਮਾਤਮਾ ਦੀ ਅੰਸ਼ ਹੀ ਹੈ, ਪਰ ਇੱਥੇ ਮਨ ਦਾ ਭਾਵ ਲੈ ਕੇ ਭਰਤਰੀ ਜੋਗੀ ਜੀ ਨੇ ਜਿਵੇਂ ਕਿਹਾ ਹੈ ਉਹਦੀ ਵਿਚਾਰ ਆਪਾਂ ਕਰਾਂਗੇ। ਆਓ ਪੜ੍ਹੀਏ। ਸਵਈਆ ਭਾਵੀ ਕੇ ਭਾਵ ਅਭਾਵ ਯਥਾ। ਭਾਵੀ ਕਹੀਏ ਜਿਹੜਾ ਹੈ ਅੱਗੇ ਹੋਣ ਵਾਲਾ, ਅੱਗੇ ਆਉਣ ਵਾਲਾ ਸਮਾਂ, ਅੱਗੇ ਹੋਣ ਵਾਲਾ ਸਮਾਂ। ਭਾਵੀ ਜੋ ਹੋਣੀ ਹੈ, ਹੋਣਹਾਰ। ਭਾਵੀ ਦਾ ਅਰਥ ਹੋਣਹਾਰ ਹੀ ਹੁੰਦਾ, ਭਾਵ ਜੋ ਹੋਣਾ ਉਹ ਤਾਂ ਹੋਣਾ ਹੀ ਆ। ਅਤੇ ਅਸਲ ਵਿੱਚ ਇੱਥੇ ਭਾਵੀ ਦਾ ਅਰਥ ਆਪਾਂ ਇਹੋ ਕਹਿਣਾ ਵੀ ਜੋ ਅੱਗੇ ਆਉਣ ਵਾਲਾ ਸਮਾਂ। ਅਤੇ ਭਾਵ ਦਾ ਅਰਥ ਪਦਾਰਥ, ਅਭਾਵ ਦਾ ਅਰਥ ਅਨਹੋਣੀ, ਨਾ ਹੋਣੀ। ਠੀਕ ਹੈ ਜੀ। ਯਥਾ ਦਾ ਅਰਥ ਜਿਸ ਤਰ੍ਹਾਂ ਜਾਂ ਜੈਸੇ। ਹਾਂਜੀ। ਭਾਵੀ ਕੇ ਭਾਵ ਅਭਾਵ ਯਥਾ। ਵਿਸ਼ਰਾਮ ਇੱਥੇ ਲੱਗਣਾ ਵਾ, ਅਰਥ ਯਥਾ ਦਾ ਅਗਲੇ ਪਾਸੇ ਜਾਊਗਾ। ਕਹਿੰਦੇ ਵੀ ਜੋ ਭਾਵੀ ਅੱਗੇ ਹੋਣ ਵਾਲਾ ਸਮਾਂ ਜਾਂ ਅੱਗੇ ਆਉਣ ਵਾਲਾ ਸਮਾਂ ਹੈ, ਉਸ ਸਮੇਂ ਦੇ ਕਹੀਏ ਦੇ ਸਮੇਂ ਦੇ ਭਾਵ ਜੋ ਪਦਾਰਥ ਹੈ, ਭਾਵ ਦਾ ਅਰਥ ਕੀ ਪਦਾਰਥ ਆ। ਅਭਾਵ ਯਥਾ, ਅਭਾਵ ਉਹਦੇ ਅਨਹੋਣੇ ਆ। ਭਾਵ ਜਿਹੜੇ ਅੱਗੇ ਆਉਣ ਵਾਲੇ ਸਮੇਂ ਦੇ ਪਦਾਰਥ ਆ ਉਹ ਅਨਹੋਣੇ ਆ, ਕਿਉਂਕਿ ਉਹ ਹਾਲੇ ਸਾਨੂੰ ਪ੍ਰਾਪਤ ਨਹੀਂ ਨਾ ਹੋਈ, ਇਸ ਕਰਕੇ ਉਹ ਅਨਹੋਣੇ ਆ। ਉਹ ਤੇ ਨਾ ਹੋਏ ਦੇ ਸਮਾਨ ਆ। ਅਤੇ ਨਾ ਰਮੋ ਤਿਨ ਮੋਹ ਨਭ ਕੋ ਸੁਮਨਾ। ਨਾ ਰਮੋ, ਰਮੋ ਦਾ ਅਰਥ ਲੱਗਣਾ, ਉਹਦੇ ਵਿੱਚ ਮਿਲਣਾ, ਉਹਦੇ ਵਿੱਚ ਘੁਲਣਾ। ਅਤੇ ਕਹਿੰਦੇ ਵੀ ਜੋ ਭਾਵੀ ਦੇ ਆਉਣ ਵਾਲੇ ਸਮੇਂ ਦੇ ਪਦਾਰਥ ਆ ਉਹਦੇ ਇਹ ਮਨਾ ਵੇਖ ਅਭਾਵ, ਅਨਹੋਣੇ ਆ, ਨਾ ਹੋਏ ਦੀ ਸਮਾਨ ਆ। ਅਤੇ ਨਾ ਰਮੋ, ਨਾ ਤੂੰ ਰਮੋ ਕਹੀਏ ਲੱਗ, ਉਹਨਾਂ ਵਿੱਚ ਤੂੰ ਨਾ ਲੱਗ। ਤਿੰਨ ਮੋਹ, ਤਿੰਨ ਮੋਹ ਕਹੀਏ, ਤਿੰਨ ਕਹੀਏ ਉਹਨਾਂ, ਮੋਹ ਕਹੀਏ ਵਿੱਚ, ਉਹਨਾਂ ਵਿੱਚ ਤੂੰ ਨਾ ਰਮੋ ਨਾ ਲੱਗ। ਨਭ ਕੋ ਸੁਮਨਾ, ਕਿਉਂਕਿ ਉਹ ਤੇ ਪਦਾਰਥ ਆਉਣ ਵਾਲੇ ਜਿਹੜੇ ਤੂੰ ਜਿਨ੍ਹਾਂ ਵਿੱਚ ਲੱਗਣ ਨੂੰ ਫਿਰਦਾ ਉਹ ਤੇ ਇਸ ਤਰ੍ਹਾਂ ਵਾ। ਯਥਾ ਕਹੀਏ ਜਿਸ ਤਰ੍ਹਾਂ, ਨਭ ਕੋ ਆਕਾਸ਼ ਦੇ, ਸੁਮਨਾ ਕਹੀਏ, ਸੁਮਨਾ ਕਹੀਏ ਫੁੱਲ ਹੁੰਦੇ ਆ, ਆਕਾਸ਼ ਦੇ ਫੁੱਲ। ਅਤੇ ਉਹ ਆਕਾਸ਼ ਦੇ ਫੁੱਲ ਵੇਖੋ ਨਾ ਤਾਂ ਕਦੀ ਹੋਏ ਆ। ਅਤੇ ਇਸ ਤਰ੍ਹਾਂ ਜਿਵੇਂ ਆਕਾਸ਼ ਦੇ ਫੁੱਲ ਨਹੀਂ ਨਾ ਕਦੀ ਹੋਏ, ਇਸੇ ਤਰ੍ਹਾਂ ਆਉਣ ਵਾਲੇ ਪਦਾਰਥ ਉਹ ਵੀ ਕਦੀ ਆਪਣੇ ਨਹੀਂ ਹੋਏ, ਕਿਉਂਕਿ ਉਹ ਆਉਣ ਵਾਲਾ ਸਮਾਂ ਹੈ। ਜੋ ਪਿੱਛੇ ਬੀਤ ਗਿਆ ਅਤੇ ਆਉਣ ਵਾਲੇ ਦਾ ਖਿਆਲ ਮਤਲਬ ਨਹੀਂ ਕਰਨਾ। ਜੋ ਤੁਹਾਡੇ ਕੋਲ ਹੈ ਉਹਦਾ ਤੂੰ ਕਰੋ, ਇਹ ਵੀ ਅੱਗੇ ਆ ਰਿਹਾ ਹੈ। ਮਦ ਕੇ ਭੋਗ ਕੇ ਮਧਯ ਰਮੋ। ਅਤੇ ਇਸ ਕਰਕੇ ਤੂੰ ਕੀ ਕਰ, ਜਿਹੜੇ ਮੱਧ ਕੇ, ਮੱਧ ਕਹੀਏ ਵਿਚਕਾਰ, ਭਾਵ ਵਰਤਮਾਨ ਸਮਾਂ। ਮੱਧ ਦੇ ਜਿਹੜੇ ਭੋਗ ਆ ਨਾ, ਭਾਵ ਵਰਤਮਾਨ ਸਮੇਂ ਦੇ ਜਿਹੜੇ ਭੋਗ ਕਹੀਏ ਪਦਾਰਥ ਆ, ਭੋਗ ਵਿਲਾਸ ਆ, ਜੋ ਵਰਤਮਾਨ ਸਮੇਂ ਦੇ ਤੂੰ ਭੋਗ ਰਿਹਾ ਪਦਾਰਥ, ਉਹਨਾਂ ਦੇ ਮਧਯ ਰਮੋ, ਉਹਨਾਂ ਦੇ ਵਿੱਚ ਤੂੰ ਰਮ ਲੱਗਾ ਰਹੋ। ਮੱਧ ਦਾ ਅਰਥ ਵਿੱਚ, ਰਮੋ ਦਾ ਅਰਥ ਲੱਗਾ, ਕੇ ਦਾ ਅਰਥ ਦੇਣ। ਮੱਧ ਕੇ ਭੋਗ ਕੇ, ਭਾਵ ਵਰਤਮਾਨ ਸਮੇਂ ਦੇ ਜਿਹੜੇ ਭੋਗ ਪਦਾਰਥ ਆ ਉਹਨਾਂ ਭੋਗ ਪਦਾਰਥਾਂ ਦੀ ਤੂੰ ਮੱਧ ਕੇ ਵਿੱਚ ਰਮੋ ਕੇ ਲੱਗਾ ਰਹੋ। ਗਤ ਰਾਗ ਭਰਮੇ ਅਨ ਉਤਰਨਾ। ਪਾਠ ਅਤੇ ਅਨ ਉਤਰਨਾ ਇਸ ਤਰ੍ਹਾਂ ਕਰਨਾ।
ਲਿਖਿਆ ਇਕੱਠਾ ਹੀ ਹੈ ਪਰ ਆਨ ਉੱਤਰ ਨਾ, ਇਸ ਤਰ੍ਹਾਂ ਸਮਝ ਲੈਣਾ। ਕਹਿੰਦੇ ਪਰ ਜਿਹੜਾ ਰਾਗ ਆ ਤੇ ਰਾਗ ਤੋਂ ਨਾਲ ਹੀ ਲੈ ਲੈਣਾ ਆਪਣੇ ਕੋਲੋਂ ਹੀ, ਰਾਗ ਤੋਂ ਤਾਂ ਉਲਟਾ ਦਵੈਖ ਹੁੰਦਾ। ਰਾਗ ਦਵੈਖ ਨੂੰ ਜਿਹੜਾ ਤੂੰ ਨਾ ਉਸ ਨੂੰ ਗਤ ਕਹੀਏ ਨਾਸ ਕਰ ਅਤੇ ਭ੍ਰਾਵੇਂ, ਭ੍ਰਮ ਨਾ। ਆਨ ਕਹੀਏ ਇੱਧਰ, ਉੱਤਰ ਕਹੀਏ ਉੱਧਰ। ਇੱਧਰ ਉੱਧਰ ਨਾ ਤੂੰ ਜਿਹੜਾ ਭਰਮ ਨਾ ਕਰ, ਜਾਂ ਇੱਧਰ ਉੱਧਰ ਦੀ ਭ੍ਰਮੇ ਕਹੀਏ ਵਿਚਾਰ ਨਾ ਕਰ। ਭ੍ਰਮੇ ਦਾ ਅਰਥ ਵਿਚਾਰ, ਭ੍ਰਮੇ ਦਾ ਅਰਥ ਭਰਮਣ। ਠੀਕ ਆ, ਭਰਮਣਾ ਤੂੰ ਇੱਧਰ ਉੱਧਰ ਨਾ ਭਰਮ। ਰਾਗ ਦਵੈਸ਼ ਵਿੱਚ ਪੈ ਕੇ ਤੇ ਇੱਧਰ ਉੱਧਰ ਨਾ ਭਰਮ, ਸਗੋਂ ਰਾਗ ਦਾ ਦਵੈਸ਼ ਦਾ ਗਤ ਕਹੀਏ ਨਾਸ ਕਰ। ਹਾਂਜੀ, ਉਂਝ ਰਾਗ ਦਾ ਅਰਥ ਕੀ ਹੁੰਦਾ? ਪ੍ਰੇਮ। ਤੇ ਅਨ ਦਾ ਅਰਥ ਜਿਹੜਾ ਵਾ ਦਵੈਸ਼ ਵੀ ਕੀਤਾ ਵਾ। ਤੇ ਰਾਗ ਤੇ ਦਵੈਸ਼ ਵਿੱਚ ਤੂੰ ਜਿਹੜਾ ਉਤਰਨਾ, ਇਸ ਰਾਗ ਦਵੈਸ਼ ਵਿੱਚ ਉਤਰ ਕੇ ਤੂੰ ਭਰਮਦਾ ਨਾ ਫਿਰ। ਤੇ ਇਸ ਰਾਗ ਦਵੈਸ਼ ਵਿੱਚ ਜਿਹੜਾ ਪੈ ਕੇ ਤੂੰ ਭਰਮ ਕਹੀਏ ਵਿਚਾਰ ਨਾ ਕਰ। ਅਸਲ ਵਿੱਚ ਇੱਦਾਂ ਵੀ ਅਰਥ ਲੱਗ ਜਾਂਦਾ। ਗਤ ਰਾਗ ਭਰਮੇ ਅਨ ਉਤਰਨ। ਤੇ ਅਨ ਦਾ ਅਰਥ ਇਹ ਵੀ ਕੀਤਾ ਵਾ ਵੀ ਇੱਧਰ, ਤੇ ਉਤਰ ਦਾ ਅਰਥ ਕੀਤਾ ਹੈ ਉੱਧਰ। ਜਿਹੜੇ ਨਰਮ ਵਾਲੇ ਮਹਾਂਪੁਰਸ਼ ਆ ਉਹਨਾਂ ਨੇ ਇਵੇਂ ਅਰਥ ਕੀਤਾ ਵਾ। ਅਨ ਦਾ ਕਹੀਏ ਇੱਧਰ ਤੇ ਉੱਤਰ ਦਾ ਕਹੀਏ ਉੱਧਰ। ਇਸੇ ਪ੍ਰਕਾਰ ਵੀ ਇਹਦੇ ਵਿੱਚ ਤੂੰ ਨਾ ਭਰਮ, ਭਾਵੇਂ ਇੱਧਰ ਉੱਧਰ ਨਾ ਜਿਹੜਾ ਭਰਮ ਨਾ ਕਰ, ਇੱਧਰ ਉੱਧਰ ਦੀ ਨਾ ਵਿਚਾਰ ਕਰ। ਤੇ ਅਨ ਦਾ ਅਰਥ ਇਹ ਵੀ ਕੀਤਾ ਵਾ ਭੂਤਕਾਲ, ਜੋ ਕੀ ਹੈ ਬੀਤ ਚੁੱਕਾ ਵਾ ਪਹਿਲਾਂ। ਤੇ ਉਤ ਦਾ ਅਰਥ ਕੀ ਕੀਤਾ? ਉੱਤਰ ਦਾ ਭਵਿੱਖ ਕਾਲ, ਆਉਣ ਵਾਲਾ ਸਮਾਂ। ਠੀਕ ਆ, ਭਾਵ ਜੋ ਬੀਤ ਗਿਆ ਵਾ ਉਹਦੀ ਤੂੰ ਭਰਮੇ ਕਹੀਏ ਵਿਚਾਰ ਨਾ ਕਰ। ਤੇ ਜੋ ਉੱਤਰ ਕਹੀਏ ਭਵਿੱਖ ਕਾਲ ਸਮਾਂ ਵਾ ਆਉਣ ਵਾਲਾ, ਉਹਦੀ ਤੂੰ ਭਰਮੇ ਕਹੀਏ ਵਿਚਾਰ ਨਾ ਕਰ। ਕਹਿਣ ਤੋਂ ਭਾਵ ਇੱਧਰ ਉੱਧਰ ਦੇ ਭੂਤ ਭਵਿੱਖ ਦੀ ਵਿਚਾਰ ਨਾ ਕਰ, ਨਾ ਭਰਮ ਦਾ ਫਿਰ, ਸਗੋਂ ਰਾਗ ਦਵੈਸ਼ ਜਿਹੜਾ ਉਹਦਾ ਤੂੰ ਨਾਸ ਕਰ। ਰਾਗ ਦਵੈਸ਼ ਵਿੱਚ ਲੱਗਾ ਹੋਣੇ ਕਰਕੇ ਦੁੱਧ ਤੂੰ ਨਾ ਵਿਚਰ। ਬ੍ਰਾਹਮਣ ਨਿਪੁੰਸਕ ਯੋਂ ਮਨ ਤੂੰ। ਤੇ ਮਨ ਨੂੰ ਕਹਿ ਰਹੇ ਆ ਕਿ ਹੇ ਮਨ ਤੂੰ ਤੇ ਐਵੇਂ ਆ, ਯੋਂ ਕਹੀਏ ਜਿਵੇਂ ਇਹ ਬ੍ਰਹਮ ਨਿਪੁੰਸਕ। ਇਹ ਨਿਪੁੰਸਕ ਕਿਉਂ ਕਿਹਾ ਬ੍ਰਹਮ ਨੂੰ, ਉਹ ਅੱਗੇ ਆਪਾਂ ਦੱਸ ਦੇਵਾਂਗੇ, ਖੁਲਾਸਾ ਕਰ ਦੇਵਾਂਗੇ। ਇੱਥੇ ਅੱਖਰੀ ਅਰਥ ਸਮਝ ਲਈਏ ਪਹਿਲਾਂ। ਯੋਂ ਮਨ ਤੂੰ, ਮਨਾ ਤੂੰ ਤੇ ਕਹਿੰਦੇ ਵੀ ਯੋਂ ਕਹੀਏ ਐਵੇਂ ਆ ਬ੍ਰਹਮ ਜਿਵੇਂ ਨਿਪੁੰਸਕ ਹੈ, ਬ੍ਰਹਮ ਦੇ ਵਾਂਗ। ਤੇ ਯੋਂ ਦਾ ਅਰਥ ਵਾਂਗ ਵੀ ਹੁੰਦਾ। ਇਹ ਮਨ ਤੂੰ ਤਾਂ ਬ੍ਰਹਮ ਵਾਂਗ, ਯੋਂ ਕਹੀਏ ਬ੍ਰਹਮ ਵਾਂਗ ਨਿਪੁੰਸਕ ਹੈ। ਬਿਨ ਤਾਂ ਤਵ ਦੰਪਤੀ ਮੋਹ ਸੁਖ ਨਾ। ਇਵੇਂ ਪਾਠ ਇਹ ਸੋਧ ਕਰ ਲੈਣੇ, ਇਕੱਠਾ ਹੀ ਲਿਖਿਆ ਬਿਨ ਤਾਂ ਨਵ ਦੰਪਤੀ, ਉੱਥੇ ਨੰਨਾ ਕੱਟ ਕੇ ਤੱਤਾ ਕਰ ਲੈਣਾ। ਬਿਨ ਤਾਂ ਤਵ ਦੰਪਤੀ ਮੋਹ ਸੁਖ ਨਾ। ਤੇ ਕਹਿੰਦੇ ਬਿਨ ਤਾਂ ਤੇ ਅਨਵੇਂ ਕਰ ਲੈਣਾ ਤਾਂ ਬਿਨ, ਭਾਵ ਉਸ ਤਾਂ ਕਹੀਏ ਉਸ ਬ੍ਰਹਮ ਤੋਂ ਬਿਨ ਕਹੀਏ ਬਿਨਾ, ਤਾਵ ਕਹੀਏ ਤੈਨੂੰ, ਹੇ ਮਨਾ ਦੰਪਤੀ ਕਹੀਏ ਜਿਹੜੀ ਮਾਇਆ ਹੈ। ਤੇ ਉਸ ਮਾਇਆ ਦੇ ਮੋਹ ਕਹੀਏ ਵਿੱਚ ਸੁੱਖ ਨਾ ਨਹੀਂ ਹੈ। ਤੈਨੂੰ ਭਾਵ ਉਸ ਬ੍ਰਹਮ ਤੋਂ ਬਿਨਾਂ ਉਸ ਮਾਇਆ ਵਿੱਚ ਕਦੀ ਸੁੱਖ ਨਹੀਂ ਮਿਲ ਸਕਦਾ, ਸੁੱਖ ਨਹੀਂ ਹੋਵੇਗਾ। ਤੇ ਦੰਪਤੀ ਦਾ ਅਰਥ ਜਿਵੇਂ ਆਪਾਂ ਉੱਥੇ ਗਤ ਰਾਗ ਕੀਤਾ ਨਾ, ਰਾਗ ਦਾ ਅਰਥ ਕੀਤਾ ਰਾਗ ਦਵੈਸ਼, ਪ੍ਰਕਰਨ ਮੁਤਾਬਕ ਦੰਪਤੀ ਦਾ ਅਰਥ ਲਾਉਣਾ ਰਾਗ ਦਵੈਸ਼। ਕਿ ਉਸ ਬ੍ਰਹਮ ਤੋਂ ਬਿਨਾਂ ਇਹ ਮਨਾ ਤੂੰ ਤੇ ਬ੍ਰਹਮ ਨਿਪੁੰਸਕ ਵਾਂਗ ਆ, ਭਾਵ ਤੂੰ ਮਨ ਤੂੰ ਜੋਤ ਸਰੂਪ ਹੀ ਆ, ਭਾਵ ਬ੍ਰਹਮ ਰੂਪ ਹੀ ਆ। ਤੇ ਜੇ ਤੂੰ ਉਲ ਤੋਂ ਪਰੇ ਪਰੇ ਹੋਇਆ ਫਿਰੇ ਤਾਂ ਬਿਨ ਉਸ ਬ੍ਰਹਮ ਤੋਂ ਬਿਨਾਂ, ਤਾਵ ਕਹੀਏ ਤੈਨੂੰ, ਦੰਪਤੀ ਕਹੀਏ ਜਿਹੜੀ ਦੰਪਤੀ ਭਾਵ ਦੋਵੇਂ, ਉਹ ਕੀ ਰਾਗ ਦਵੈਸ਼। ਰਾਗ ਦਵੈਸ਼ ਵਿੱਚ ਤੈਨੂੰ ਸੁੱਖ ਨਾ ਕਹੀਏ ਨਹੀਂ ਹੋਵੇਗਾ ਮੋਹ ਦਾ ਅਰਥ ਵਿੱਚ। ਤੇਰ ਤੇ ਮੈਂ ਪ੍ਰਤ ਫੇਰ ਤੂੰ ਮੈਂ, ਇਸ ਕਰਕੇ
ਕਹਿੰਦੇ ਆ ਤੁਮੇ ਕਹੀਏ ਤੈਨੂੰ, ਕਹਿੰਦੇ ਟੇਰਤ ਮੈਂ ਕਹੀਏ ਮੈਂ, ਟੇਰਤ ਕਹੀਏ ਤੈਨੂੰ ਕਹਿੰਦਾ ਹਾਂ ਪ੍ਰਤੀ, ਪ੍ਰਤ ਕਹੀਏ ਪ੍ਰਤੀ, ਤੁਮੇ ਕਹੀਏ ਤੇਰੇ, ਫੇਰ ਕਹੀਏ ਫੇਰ, ਕਹਿੰਦੇ ਮੈਂ ਤੈਨੂੰ ਫੇਰ ਕਹਿੰਦਾ ਹਾਂ ਹੇ ਮਨ, ਤੁਮੇ ਤੈਨੂੰ ਮੈਂ ਫੇਰ ਮੈਂ ਟੇਰਤ ਕਹੀਏ ਕਹਿੰਦਾ ਹਾਂ ਤੇਰੇ ਪ੍ਰਤੀ, ਹੇ ਮਨਾ ਤੁਮ ਮੋਹ ਮਤ ਕੋ ਮਤ ਫੇਰ ਮਨਾ, ਤੁਮ ਮੋਹ ਮਤ ਕੋ ਮਤ ਫੇਰ ਮਨਾ, ਤੁਮ ਕਿ ਤੂੰ ਮੋਹ ਮਤ, ਜਿਹੜੀ ਮੇਰੀ ਮਤ ਸਿੱਖਿਆ ਆ ਉਸ ਨੂੰ ਮਤਾ ਕਹੀਏ, ਮਤਾ ਜਿਹੜਾ ਫੇਰ ਮੋੜ ਮਨਾ ਕਹੀਏ, ਹੇ ਮਨਾ ਅਰਥ ਭਾਵ ਮੇਰੀ ਸਿੱਖਿਆ ਨੂੰ ਤੂੰ ਮੰਨ ਅਤੇ ਇਨਕਾਰ ਨਾ ਕਰ। ਮੈਂ ਤੇਰੇ ਤਾਂ ਹੀ ਫੇਰ ਮਨਾ ਇਹ ਕਹਿਣਾ ਵਾ ਕਿ ਤੁਮ ਮੋਹ ਮਤ, ਤੂੰ ਜਿਹੜਾ ਨਾ ਮੋਹ ਮਤ ਪਾ, ਮੇਰੀ ਮਤ ਕੋ ਕਹੀਏ ਨੂੰ, ਮੇਰੀ ਮਤ ਨੂੰ ਮਤ ਕਹੀਏ ਮਤਾ, ਫੇਰ ਮੋੜ ਮਨਾ ਕਹੀਏ ਹੇ ਮਨਾ, ਤੂੰ ਮੇਰੀ ਮਤ ਨੂੰ ਨਾ ਮੋੜ, ਸਗੋਂ ਉਹਨੂੰ ਧਾਰਨ ਕਰ, ਤੇਰਾ ਭਲਾ ਹੈ। ਕਿਉਂਕਿ ਮਨ ਜਿਹੜਾ ਵਾ ਜੋਤ ਸਰੂਪ ਹੈ ਅਤੇ ਪਰਮਾਤਮਾ ਦੀ ਅੰਸ਼ ਹੈ। ਕਿਉਂਕਿ ਜੇ ਵੇਖਿਆ ਜਾਏ ਸਭ ਤੋਂ ਪਹਿਲਾਂ ਜਿੱਥੇ ਆਪਾਂ ਪਰਮਾਤਮਾ ਦਾ ਵਾਸਾ ਸਰੀਰ ਵਿੱਚ ਕਹਿੰਦੇ ਹਾਂ, ਅਤੇ ਸਭ ਤੋਂ ਪਹਿਲਾਂ ਮਨ ਦੀ ਉਤਪੱਤੀ ਹੁੰਦੀ ਹੈ। ਅਤੇ ਮਨ ਜਦੋਂ ਲੀਨ ਹੋ ਜੇ, ਅਤੇ ਮਨ ਲੀਨ ਕਿੱਥੇ? ਬ੍ਰਹਮ 'ਚ ਹੀ ਹੁੰਦਾ। ਜਦੋਂ ਬ੍ਰਹਮ 'ਚ ਲੀਨ ਹੋ ਜਾਂਦਾ ਮਨ, ਅਤੇ ਉੱਥੇ ਬਸ ਆਤਮਾ ਆਤਮਾ ਰਹਿ ਜਾਂਦੀ। ਜਿੰਨਾ ਚਿਰ ਮਨ ਜਿਉਂਦਾ ਉਨਾ ਚਿਰ ਇਹ ਜੀਵ ਜਿਉਂਦਾ। ਜਦੋਂ ਮਨ ਜਿਹੜਾ ਮਰ ਗਿਆ ਬਸ ਉਦੋਂ ਤੇ ਆਤਮਾ ਆਤਮਾ, ਕਿਉਂਕਿ ਮਨ ਬ੍ਰਹਮ ਦਾ ਹੀ ਰੂਪ ਹੈ ਅਤੇ ਪਰਮਾਤਮਾ ਨਾ ਤਾਂ ਇਸਤਰੀ ਹੈ ਅਤੇ ਨਾ ਪੁਰਖ ਆ। ਇਸ ਚੀਜ਼ ਤੋਂ ਰਹਿਤ ਹੈ। ਮਾਲਕ ਇਸਤਰੀ ਪੁਰਖ ਤੋਂ ਰਹਿਤ ਭਾਵ ਤੋਂ ਰਹਿਤ ਆ। ਕਿਉਂਕਿ ਪੁਰਖ ਤਾਂ ਕਿਹਾ ਜਾਵੇ ਜੇ ਕੋਈ ਪਰਮਾਤਮਾ ਦੇ ਬਰਾਬਰ ਕੋਈ ਇਸਤਰੀ ਹੋਵੇ। ਜਦੋਂ ਇਸਤਰੀ ਨਹੀਂ ਹੈਗੀ ਫਿਰ ਉਹਨੂੰ ਪੁਰਖ ਕਿਉਂ ਕਹਿਣਾ ਬਣਦਾ। ਇਸੇ ਤਰ੍ਹਾਂ ਮਨ ਵੀ ਕੇਵਲ ਪ੍ਰਕਾਸ਼ ਰੂਪ ਹੀ ਆ, ਕਿਉਂਕਿ ਮਨ ਦੀ ਪੈਦਾਇਸ਼ ਬ੍ਰਹਮ ਤੋਂ ਹੁੰਦੀ। ਸਭ ਤੋਂ ਪਹਿਲ ਬ੍ਰਹਮ ਤੋਂ ਪੈਦਾ ਹੁੰਦੀ ਹੈ ਨਾ, ਅਤੇ ਬ੍ਰਹਮ ਤਾਂ ਨਾ ਇਸਤਰੀ ਨਾ ਪੁਰਖ ਆ। ਇਸੇ ਕਰਕੇ ਜਦੋਂ ਮਨ ਦੀ ਪੈਦਾਇਸ਼ ਬ੍ਰਹਮ ਤੋਂ ਹੀ ਹੋ ਰਹੀ ਹੈ, ਹਾਂਜੀ, ਅਤੇ ਇਸ ਕਰਕੇ ਮਨ ਵੀ ਜਿਹੜਾ ਪ੍ਰਕਾਸ਼ ਰੂਪ ਹੈ। ਤਾਂ ਹੀ ਨਪੁੰਸਕ ਕਿਹਾ। ਨਪੁੰਸਕ ਤੋਂ ਵੇਖੋ ਕੁਝ ਪੈਦਾ ਨਹੀਂ ਹੁੰਦਾ ਹੈ ਨਾ ਜੀ, ਇਹ ਸਾਨੂੰ ਪਤਾ ਹੀ ਹੈ। ਇੱਥੇ ਤਾਂ ਇਹ ਸ਼ਬਦ ਵਰਤਿਆ। ਅਤੇ ਹੇ ਮਨਾ ਤੈਨੂੰ ਤਾਂ ਕਹਿ ਰਿਹਾ ਵੀ ਤੂੰ ਤਾਂ ਪਰਮਾਤਮਾ ਦਾ ਹੀ ਸਰੂਪ ਆ, ਜੋਤੀ ਸਰੂਪ ਆ। ਭਾਵ ਜਦੋਂ ਤੂੰ ਖਤਮ ਹੋ ਜਾਣਾ ਅਤੇ ਜੋਤੀ ਸਰੂਪ 'ਚ ਹੀ ਲੀਨ ਹੋ ਜਾਣਾ। ਇਸ ਕਰਕੇ ਮਨਾ ਤੈਨੂੰ ਕਹਿੰਦੇ ਆ ਵੀ ਜਿਹੜੇ ਹੋਣ ਵਾਲੇ ਪਦਾਰਥ ਹੈ, ਭਾਵੀ ਭਾਵ ਅੱਗੇ ਹੋਣ ਵਾਲੇ ਆਉਣ ਵਾਲੇ ਸਮੇਂ ਦੇ ਜਿਹੜੇ ਪਦਾਰਥ ਆ ਉਹਦੇ ਆ ਭਾਵ ਨਾ ਹੋਣ ਬਰਾਬਰ ਹੀ ਆ। ਤੂੰ ਇਹੋ ਜਿਹੇ ਸੁੱਖਾਂ ਦੀ ਆਸ ਨਾ ਰੱਖ, ਅਤੇ ਬੀਤ ਚੁੱਕਿਆ ਸਮੇਂ ਦੀ ਤੂੰ ਚਿੰਤਾ ਚੁੰਤਾ ਨਾ ਹੀ ਕਰ। ਕਿਉਂਕਿ ਜਦੋਂ ਸੱਪ ਜਿਸ ਤਰ੍ਹਾਂ ਲੱਗ ਚੁੱਕਾ ਹੈ ਅਤੇ ਉਹਦੀ ਜਿਹੜੀ ਲਕੀਰ ਹੀ ਧਰਤੀ 'ਤੇ ਪਈ ਹੋਈ ਹੈ, ਉਹਦੀ ਚਿੰਤਾ ਕਰਨ ਨਾਲ ਕੁਝ ਮਿਲ ਨਹੀਂ ਜਾਣਾ। ਜਦੋਂ ਸੱਪ ਲੰਘ ਹੀ ਚੁੱਕਾ ਹੈ, ਪਕੜ ਤੋਂ ਬਾਹਰ ਹੀ ਹੋ ਗਿਆ, ਉਹਦੀ ਲਕੀਰ ਵੇਖ ਕੇ ਗਮ ਕਰਨਾ ਕਿਸੇ ਅਰਥ ਨਹੀਂ ਹੈ, ਕਿਉਂਕਿ ਸੱਪ ਲੰਘ ਚੁੱਕਾ ਹੈ। ਉਹਦੀ ਮੂਰਖਤਾ ਹੀ ਲਕੀਰ ਵੇਖ ਕੇ ਪਰੇਸ਼ਾਨੀ ਕਰਾਂਗੇ। ਜੋ ਸਮਾਂ ਬੀਤ ਚੁੱਕਾ ਹੈ ਉਹ ਤਾਂ ਬੀਤ ਹੀ ਚੁੱਕਾ, ਉਹਨੂੰ ਯਾਦ ਕਰ ਬਾਅਦ ਪਛਤਾਉਣਾ, ਇਹਦੇ 'ਚ ਕੋਈ ਫਾਇਦਾ ਨਹੀਂ, ਕੋਈ ਭਲਾ ਨਹੀਂ ਹੈ। ਉਹਦੀ ਚਿੰਤਾ ਕਿਉਂ ਕਰਨੀ? ਕਿਉਂਕਿ ਚਿੰਤਾ ਤਾਂ ਕੀ ਕੀਤੀ ਹੈ ਜੋ ਅਨਹੋਣੀ ਹੋਏ। ਅਤੇ ਚਿੰਤਾ ਵੈਸੇ ਵੀ ਉਹ ਗੱਲ ਕਰੀ ਜਿਹੜੀ ਅਨਹੋਣੀ ਹੋ ਗਈ ਹੈ, ਅਤੇ ਜੋ ਵੀ ਹੁੰਦਾ ਹੈ ਸਭ ਨਾਲ ਹੀ ਹੁੰਦਾ ਆ, ਅਤੇ ਇੰਨਾ ਗਲੋਕਾਰ ਨਹੀਂ ਹੋ ਰਿਹਾ। ਜੋ ਗੱਲ ਹੋਣੀ ਹੈ ਅਤੇ ਹੋ ਹੀ ਜਾਣੀ ਹੈ, ਇਸ ਕਰਕੇ ਚਿੰਤਾ ਕਾਹਦੀ ਕਰਨੀ ਹੈ। ਅਤੇ ਦੂਜੀ ਗੱਲ ਇਹ ਵੀ ਹੈ ਵੀ ਜੋ ਅੱਗੇ ਹੋਣ ਵਾਲੇ ਪਦਾਰਥ ਆ ਇਹਨਾਂ ਨੂੰ ਤਾਂ ਤੂੰ ਨਾ ਹੀ ਮੰਨ ਵੀ ਇਹ ਹੈਗੇ ਆ, ਕਿਉਂਕਿ ਉਹਦੇ ਹਜੇ ਆਉਣਾ ਸਮਾਂ ਅਤੇ ਪਰਮਾਤਮਾ ਪਰਮੇਸ਼ਰ ਨੇ ਕਿਹਦਾ ਕੀ ਕਰ ਦੇਣਾ। ਅਤੇ ਇਹ ਪਦਾਰਥ ਤਿੰਨਾਂ ਸਮਿਆਂ 'ਚ ਨਾ ਹੀ ਹੋਏ ਆ, ਕਿਸੇ ਦੇ ਅਤੇ ਨਾ ਕਦੀ ਹੁੰਦੇ ਹੀ ਆ। ਕਿਉਂਕਿ ਜਿਵੇਂ ਦੱਸਿਆ ਨਾ ਕਿ ਨਭ ਕੋ ਸੋ ਮਨਾ, ਜਿਵੇਂ ਆਕਾਸ਼ ਦੇ ਫੁੱਲ ਆ, ਅਤੇ ਉਹ ਵੇਖੋ ਤਿੰਨਾਂ ਸਮਿਆਂ 'ਚ ਹੀ ਹੈ ਹੀ ਨਹੀਂ ਸੀ, ਨਾ ਪਹਿਲਾਂ ਸੀ ਨਾ ਹੁਣ ਆ, ਬਸ ਉਹ ਪੋਲ ਕਲਪਨਾ। ਅਤੇ ਉਹ ਹੋ ਵੀ ਕਿਵੇਂ ਸਕਦੇ ਆ ਜੋ ਹੋਣੇ ਨਹੀਂ ਆ।
ਅਤੇ ਜੋ ਹੈ ਹੀ ਨਹੀਂ ਉਹਦੀ ਆਸ ਵੀ ਕੀ ਰੱਖਣੀ ਆ। ਇਸ ਲਈ ਜਿਹੜਾ ਸਮਾਂ ਵਰਤ ਰਿਹਾ ਨਾ ਉਹਦੇ ਵਿੱਚ ਹੀ ਪ੍ਰਸੰਨ ਹੋ ਕੇ ਮਨਾਂ ਤੋਂ ਲੱਗਾ ਰਹਿਣਾ ਚਾਹੀਦਾ ਹੈ। ਅਤੇ ਜੋ ਪਰਮਾਤਮਾ ਕਰਦਾ ਉਹਦੇ ਵਿੱਚ ਖੁਸ਼ ਰਹਿਣਾ ਚਾਹੀਦਾ। ਜੋ ਹੋਵੇ ਸੋਈ ਫਲ ਮਾਨ, ਜੋ ਹੋਵਾ ਹੋਵਤੁ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਕਹਿਣ ਤੋਂ ਭਾਵ ਇਸ ਸਵਈਏ ਵਿੱਚ ਇੰਨਾ ਹੀ ਆ ਕਿ ਮਨਾ ਤੂੰ ਉਸ ਬ੍ਰਹਮ ਦਾ ਰੂਪ ਆ ਅਤੇ ਤੈਨੂੰ ਰਾਗ ਦਵੈਸ਼ ਵਿੱਚ ਪੈ ਕੇ ਕੋਈ ਸੁੱਖ ਨਹੀਂ ਆ। ਅਤੇ ਵੇਖ, ਕਿਉਂਕਿ ਜਦੋਂ ਰਾਗ ਵਿੱਚ ਪੈ ਜਾਈਦਾ ਪ੍ਰੇਮ ਵਿੱਚ, ਅਤੇ ਉਦੋਂ ਹੀ ਦਵੈਸ਼ ਪੈਦਾ ਹੁੰਦੀ ਆ। ਕਿਉਂਕਿ ਜਿਸ ਨਾਲ ਸਾਡਾ ਰਾਗ ਪ੍ਰੇਮ ਹੋਊ ਉਹਦੇ ਨਾਲ ਪ੍ਰੇਮ ਕਰਾਂਗੇ, ਦੂਜਿਆਂ ਨਾਲ ਦਵੈਸ਼ ਕਰਾਂਗੇ। ਇਸ ਕਰਕੇ ਜਿਹੜੇ ਪਦਾਰਥ ਜਦੋਂ ਮਿਲਦੇ ਆ ਉਦੋਂ ਰਾਗ ਕਰਾਂਗੇ, ਜਦੋਂ ਚਲ ਜਾਂਦੇ ਫਿਰ ਦਵੈਸ਼ ਕਰਦੇ ਹਾਂ, ਵਿਚਾਰਾਂ ਕਰਦੇ ਹਾਂ, ਦੁਖੀ ਹੁੰਦੇ ਹਾਂ। ਮਤਲਬ ਆਉਣ ਵਾਲੇ ਸਮੇਂ ਨੂੰ ਅਤੇ ਬੀਤ ਗਏ ਸਮੇਂ ਨੂੰ ਯਾਦ ਨਹੀਂ ਕਰਨਾ ਚਾਹੀਦਾ। ਕਹਿੰਦੇ ਜੋ ਮਨਾ ਤੈਨੂੰ ਪਰਮਾਤਮਾ ਦੀ ਮਿਹਰ ਨਾਲ ਵਰਤਮਾਨ ਸਮੇਂ 'ਚ ਮਿਲ ਰਿਹਾ ਹੈ ਤੂੰ ਉਹਦੇ ਵਿੱਚ ਹੀ ਖੁਸ਼ ਰਹਿ ਅਤੇ ਇੱਧਰ ਉੱਧਰ ਨਾ ਦੌੜ। ਅਤੇ ਮੇਰੀ ਇੱਕ ਸਿੱਖਿਆ ਨੂੰ ਨਾ ਫੇਰ, ਤੂੰ ਬ੍ਰਹਮ ਦਾ ਰੂਪ ਹੈ ਅਤੇ ਬ੍ਰਹਮ ਵਿੱਚ ਲੀਨ ਹੋਣ ਦੀ ਕੋਸ਼ਿਸ਼ ਕਰ। ਅਤੇ ਜੋ ਵੀ ਆਪਣਾ ਰਾਸਤਾ ਛੱਡ ਕੇ ਦੂਜੇ ਪਾਸੇ ਜਾਂਦੇ ਫਿਰ ਉਹ ਇੱਕ ਦਿਨ ਧੋਖਾ ਖਾਂਦੇ। ਮਨਾ ਤੂੰ ਵੀ ਧੋਖਾ ਨਾ ਖਾਈ। ਇਸ ਕਰਕੇ ਕਹਿੰਦੇ ਮੇਰੀ ਮੱਤ, ਮੇਰੀ ਜਿਹੜੇ ਆ ਸਿਧਾਂਤ ਨੂੰ ਤੂੰ ਨਾ ਮੋੜ ਨਾ ਕਰ। ਇਹ ਭਗਤ ਜੀ ਆਪਣੇ ਮਨ ਦੇ ਰਾਹੀਂ ਹੀ ਕਹਿ ਰਹੇ, ਮਨ ਨੂੰ ਹੀ ਕਹਿ ਰਹੇ, ਮਨ ਨੂੰ ਉਪਦੇਸ਼ ਕਰ ਰਹੇ। ਬੇਤ ਚਿਤ ਰੇ ਤੂੰ ਵੇਤ ਕੇਤ ਮਿਤ ਦਿਨ ਰਾਤ ਨਿਤ। ਚਿੱਤ ਦਾ ਅਰਥ ਚਿੱਤ ਲਾ ਲਓ ਜਾਂ ਮਨ ਲਾ ਲਓ, ਅਤੇ ਰੇ ਦਾ ਅਰਥ ਹੇ ਮਨ ਤੂੰ ਵੇਤ ਕੇ ਨਿਮਿਤ। ਤੂੰ ਵੇਤ ਕਹੀਏ ਧਨ ਦੇ, ਨਿਮਿਤ ਕਹੀਏ ਵਾਸਤੇ। ਵੇਹ ਦਿਨ ਰਾਤ ਨਿਤ, ਅਤੇ ਨਿਤ ਕਹੀਏ ਸਦਾ ਹੀ, ਦਿਨ ਰਾਤ। ਸੇਵਤ ਸੇਵਤ ਪਰੋਂ ਕੇ ਚਿੱਤ, ਇਹੀ ਦੁੱਖ ਆਦਰੇ। ਸੇਵਤ ਪਰੋਂ ਕੇ, ਪਰੋਂ ਕੇ ਕਹੀਏ ਦੂਜਿਆਂ ਦੇ, ਦੂਜਿਆਂ ਦੇ ਘਰਾਂ ਵਿੱਚ, ਦੂਜਿਆਂ ਦੇ ਕੋਲ ਜਾ ਜਾ ਕੇ ਸੇਵਤ ਕਹੀਏ। ਸੇਵਦਾ ਹੈ, ਸੇਵਾ ਕਰਦਾ ਹੈ। ਚਿੱਤ ਇਹੀ ਦੁੱਖ ਆਦਰੇ। ਇਹੋ ਹੀ ਕਹਿੰਦੇ ਚਿੱਤ ਵਿੱਚ ਜਿਹੜਾ ਭਾਰੀ, ਅੱਤ ਕਹੀਏ ਹੱਥ ਦਾ ਭਾਰੀ, ਬਹੁਤ ਵੱਡਾ ਦੁੱਖ ਆ। ਰੇ ਦਾ ਕਹੀਏ ਹੇ। ਚਿੱਤ ਦਾ ਅਰਥ ਕਹੀਏ ਇੱਥੇ ਕਰਨਾ, ਚੇਤੀ ਕਰਨਾ। ਚੇਤਰੇ ਤੂੰ ਵੇਤ ਕੇ ਨਿਮਿਤ ਦਿਨ ਰਾਤ ਨਿਤ। ਕਿ ਚੇਤਰੇ ਹੇ ਚਿੱਤ ਤੂੰ ਵੇ ਧਨ ਦੇ ਵਾਸਤੇ ਦਿਨ ਰਾਤ ਨਿਤ ਕੀ ਹਮੇਸ਼ਾ ਹੀ ਸੇਵਤ ਪਰੋਂ ਕੇ ਕਹੀਏ ਪਰਾਇਆਂ ਦੇ ਘਰ ਜਾ ਜਾ ਕੇ ਦੂਜਿਆਂ ਦੀ ਤੂੰ ਪਰਾਇਆਂ ਦੀ ਸੇਵਤ ਸੇਵਾ ਕਰਦਾ। ਚਿੱਤ ਇਹੀ ਦੁੱਖ ਆਦਰੇ। ਇਹੀ ਜਿਹੜਾ ਨਾ ਰੇ ਕਹੀਏ ਹੇ ਚਿੱਤ, ਹੇ ਮਨਾ ਇਹੀ ਦੁੱਖ ਜਿਹੜਾ ਵਾ ਅੱਤ ਦਾ ਭਾਰੀ ਆ। ਇਹੀ ਭਾਰਾ ਦੁੱਖ ਲੱਗਦਾ ਮਨ ਵਿੱਚ। ਇਹੀ ਤੇਰਾ, ਇਹੀ ਤੈਨੂੰ ਦੁੱਖ ਦੇ ਰਿਹਾ, ਅਤੇ ਇਹ ਬੜਾ ਭਾਰੀ ਦੁੱਖ ਆ ਜਿਹੜਾ ਤੂੰ ਇੱਦਾਂ ਕਰਦਾ। ਤਿਨ ਕੀ ਜੋ ਮੁਦਤਾ ਸੋ ਉਦਤਾ ਕਲੇਸ਼ੋਂ ਕਰ। ਕਵੇਤਿਆਂ ਇਸ ਕਰਕੇ ਇੱਦਾਂ ਪੜ੍ਹਨਾ। ਤਿਨ ਕੀ ਜੋ ਮੁਦਤਾ ਸੋ ਉਦਤਾ ਕਲੇਸ਼ੋਂ ਕਰ। ਤਿੰਨ ਕੀ ਕਹੀਏ ਉਹਨਾਂ ਦੀ ਭਾਵ ਧਨਵਾਨਾਂ ਦੀ। ਉਹਨਾਂ ਧਨਵਾਨਾਂ ਦੀ ਜੋ ਮੁਦਤਾ ਕਹੀਏ ਪ੍ਰਸੰਨਤਾ ਹੈ, ਖੁਸ਼ੀ ਹੈ। ਸੋ ਉਦਤਾ ਕਲੇਸ਼ੋਂ ਕਰ। ਉਹ ਉਦਤਾ ਕਹੀਏ ਪ੍ਰਗਟ ਹੁੰਦੀ ਹੈ ਕਲੇਸ਼ੋਂ ਕਰ, ਕਲੇਸ਼ਾਂ ਕਰਕੇ, ਦੁੱਖਾਂ ਨੂੰ ਝਾਗਣ ਕਰਕੇ। ਬਹੁਤ ਸਾਰੇ ਦੁੱਖ ਉਠਾਉਣ ਕਰਕੇ ਉਹ ਪ੍ਰਸੰਨਤਾ ਪ੍ਰਗਟ ਹੋਵੇਗੀ। ਉਹਨਾਂ ਧਨਵਾਨਾਂ ਦੀ ਜੋ ਪ੍ਰਸੰਨਤਾ ਆ, ਤੈਨੂੰ ਕਹਿੰਦੇ ਵੀ ਬਹੁਤ ਨਾ ਸੋ ਉਦਤਾ ਉਹ ਪ੍ਰਗਟ ਤਾਂ ਹੋਵੇਗੀ, ਪਰ ਕਿੱਦਾਂ ਬਹੁਤ ਕਲੇਸ਼ ਕਰਕੇ, ਬਹੁਤ ਦੁੱਖਾਂ ਨੂੰ ਝਾਕਣ ਕਰਕੇ, ਬਹੁਤ ਦੁੱਖਾਂ ਨੂੰ ਉਠਾਉਣ ਕਰਕੇ। ਕਿੰਨੇ ਦੁੱਖ, ਕਿੰਨੀਆਂ ਗੱਲਾਂ ਕਿੰਨੇ ਜਿਹੜੇ ਆ
ਉਹਨਾਂ ਦੇ ਪਾਪੜ ਵੇਲਣੇ ਪੈਣਗੇ। ਕਲੇਸ਼ ਹੀ ਹੈ ਨਾ, ਹਰੇਕ ਜਿਹੜੀ ਅਧੀਨੀ ਕਰਨੀ ਤਾਂ ਵੱਡਾ ਕਲੇਸ਼ ਕਿਹੜਾ ਹੋ ਸਕਦਾ। ਕਲੇਸ਼ ਕਰਕੇ ਤੈਨੂੰ ਉਹ ਜਿਹੜੀ ਹੈ ਸੋ ਉਦਤਾ ਕੀ ਹੈ ਪ੍ਰਗਟ ਹੋਏਗੀ, ਮੁਦਤਾ ਕੀ ਹੈ ਪ੍ਰਸੰਨਤਾ। ਉਹਨਾਂ ਦੀ ਜੋ ਪ੍ਰਸੰਨਤਾ ਵਾ ਕਹਿੰਦੇ ਉਹ ਪ੍ਰਗਟ ਤੇ ਹੋਵੇਗੀ, ਪਰ ਬੜੇ ਕਲੇਸ਼ਾਂ ਕਰਕੇ, ਬੜੇ ਦੁੱਖ ਉਠਾਉਣ ਕਰਕੇ। ਬਾਅਦ ਵਿੱਚ ਕਿਤੇ ਔਰ ਤੂੰ ਮਤਲਬ ਉਹਨਾਂ ਦੀ ਬੜੀ ਚਾਪਲੂਸੀ ਕਰੇਂਗਾ ਅਤੇ ਫਿਰ ਜਾ ਕੇ ਤੇਰੇ ਕੋਲ ਝੋਲੀ ਪਾਉਣਗੇ, ਫਿਰ ਉਹਨਾਂ ਦੀ ਖੁਸ਼ੀ ਹੋਣੀ। ਮਤ ਮਾਨ ਕਰੇ ਹੱਥ ਤਾਂ ਕੋ ਅਤ, ਮਤ ਮਾਨ ਕਰੇ ਹੱਥ ਤਾਂ ਕੋ ਤਾਕੋ ਮਤ ਰੇ। ਤਾਂ ਕੋ ਪਾਠ ਆਡਿਆ, ਤਾਕੋ ਪਾਠ ਇਕੱਠਾ ਆ। ਮਤ ਮਾਨ ਕਰੇ ਕਹਿੰਦੇ ਆ ਇਸ ਕਰਕੇ ਤੂੰ ਮਾਣ ਨਾ ਕਰ, ਤੂੰ ਮਾਣ ਨਾ ਕਰ। ਹੱਥ ਤਾਂ ਕੋ ਸਗੋਂ ਉਸ ਨੂੰ ਨਾਸ ਕਰ, ਹੱਥ ਤਾਂ ਕੋ ਕਹੀਏ ਉਸ ਨੂੰ, ਤਾਂ ਕਹੀਏ ਉਸ ਕੋ ਕਹੀਏ ਨੂੰ, ਉਸ ਨੂੰ ਹੱਥ ਕਹੀਏ ਨਾਸ ਕਰ। ਤਾਕੋ ਮਤ ਰੇ, ਹੇ ਮਨ ਉਹਨਾਂ ਵੱਲ ਨਾ ਵੇਖ। ਤਾਕੋ ਮਤ ਰੇ, ਤਾਕੋ ਮਤ ਰੇ, ਹੇ ਰੇ ਕਹੀਏ ਹੇ ਮਨਾ, ਮਤਾ ਉਹਨਾਂ ਨੂੰ ਤੱਕ, ਭਾਵ ਨਾ ਹੀ ਉਹਨਾਂ ਨੂੰ ਤੱਕ। ਉਹਨਾਂ ਵੱਲ ਨਾ ਤੂੰ ਮਾਣ ਨਾ ਕਰ, ਅਤੇ ਸਗੋਂ ਉਸ ਮਾਣ ਨੂੰ ਨਾਸ ਕਰ। ਇਹੋ ਜਿਹੀ ਪ੍ਰਸੰਨਤਾ ਉਸਨੂੰ ਕੀ ਥੋੜ੍ਹਿਆ ਜਿਹੜੀ ਦੁੱਖ ਉਠਾਉਣ ਕਰਕੇ ਲੈਣੀ ਹੈ। ਅਤੇ ਕਾਹਦਾ ਮਾਣ ਕਰਨਾ, ਮਾਣ ਨੂੰ ਵੀ ਤੂੰ ਛੱਡ, ਮਾਣ ਨਾ ਕਰ, ਸਗੋਂ ਉਸ ਮਾਣ ਨੂੰ ਨਾਸ ਕਰ। ਅਤੇ ਤੱਕਣਾ ਕਰ, ਇਹ ਤਾਕੋ ਮਤ, ਤਾਕੋ ਮਤ, ਮਤ ਤੱਕ। ਰੇ ਕਹੀਏ ਹੇ ਜਾਂ ਹੇ ਮਨਾ, ਮਤ ਤੂੰ ਤੱਕ ਉਹਨਾਂ ਵੱਲ, ਭਾਵ ਉਹਨਾਂ ਸ਼ਾਹੂਕਾਰਾਂ ਵੱਲ ਨਾ ਵੇਖ, ਨਾ ਕੋਈ ਮਾਣ ਕਰ, ਸਗੋਂ ਮਾਣ ਨੂੰ ਨਾਸ ਕਰ। ਇਹੋ ਜਿਹੀ ਪ੍ਰਸੰਨਤਾ ਵਿੱਚ ਕੁਝ ਨਹੀਂ ਥੋੜ੍ਹਿਆ ਹੈ। ਨਿਜ ਚਿੰਤਾ ਤਜ, ਅਤੇ ਆਪਣੇ ਸਰੀਰ ਦੀ ਜਿਹੜੀ ਚਿੰਤਾ ਕਰਦਾ ਆਪਣੇ ਸਰੀਰ ਵਿੱਚ, ਉਹ ਚਿੰਤਾ ਵੀ ਤਜ ਕਹੀਏ ਛੱਡ ਜਾ। ਸੋਵੈ ਸੁਆਂਤਰ ਪ੍ਰਸੰਨ ਹੋਵੈ, ਅਤੇ ਛੱਡ ਕੇ ਤੂੰ ਆਪਣੇ ਸਰੀਰ ਦੀ ਚਿੰਤਾ ਛੱਡ ਕੇ ਕਹਿੰਦੇ ਨਿਜ ਚਿੰਤਾ ਤਜਾ, ਆਪਣੀ ਚਿੰਤਾ ਤੂੰ ਛੱਡ ਕੇ, ਆਪਣੇ ਸਰੀਰ ਦੀ ਚਿੰਤਾ ਛੱਡ ਕੇ ਅਤੇ ਸੌਵੇਂ ਸੌਂ ਜਾ। ਚਿੰਤਾਮਣੀ ਵਰਗੀ ਆਤਮ ਵਿਚਾਰ ਨੂੰ ਵੇਖੇ, ਆਪਣੇ ਮਨ ਵਿੱਚ ਪ੍ਰਸੰਨ ਹੋਵੇਗਾ। ਸੁਆਂਤਰ ਪ੍ਰਸੰਨ ਹੋਵੇ, ਸੋਵੈ ਸੌਂਦੇ ਹਨ। ਅਤੇ ਇੱਥੇ ਇਹ ਕਹਿ ਰਹੇ ਆ ਵੀ ਤੂੰ ਆਪਣਾ ਮਾਣ ਮੂਣ ਛੱਡ ਕੇ, ਅਤੇ ਮਾਣ ਆਪਣੀ ਛੱਡ ਕੇ ਸਗੋਂ ਉਹਨੂੰ ਨਾਸ ਕਰਕੇ, ਅਤੇ ਤਾਕੋ ਮਤ ਰੇ, ਅਤੇ ਤੂੰ ਉਹਨਾਂ ਸ਼ਾਹੂਕਾਰਾਂ ਵੱਲ ਮਤ ਦੇਖ, ਅਤੇ ਫਿਰ ਤੂੰ ਠੀਕ ਰਹੇਗਾ। ਅੱਗੋਂ ਪ੍ਰਸ਼ਨ ਆ ਕਿ ਮੈਨੂੰ ਪ੍ਰਸੰਨਤਾ ਕਿਸ ਤਰ੍ਹਾਂ ਹੋਣੀ, ਅਤੇ ਉੱਤਰ ਦਿੰਦੇ ਆ ਕਿ ਜਿਹੜੀ ਪ੍ਰਸੰਨ ਹੁੰਦਾ, ਪ੍ਰਸੰਨਤਾ ਨਾਮ ਆਨੰਦ ਦਾ ਹੁੰਦਾ। ਉੱਤਰ ਵਿੱਚ ਕਹਿੰਦੇ ਆ ਵੀ ਨਿਜ ਚਿੰਤਾ ਤਜ, ਭਾਵ ਨਿਜ ਕਹੀਏ ਆਪਣੇ ਜਿਹੜੀ ਚਿੰਤਾ ਵਾ, ਉਹ ਕੀ ਖਾਣ ਪੀਣ ਦੀ, ਹੋਰ ਪਾਉਣ ਹੰਢਾਉਣ ਦੀ ਆ। ਬੇਅੰਤ ਚਿੰਤਾ ਕਿਸੇ ਪ੍ਰਕਾਰ ਦੀ ਲਾ ਲਓ। ਕਹਿੰਦੇ ਆ ਵੀ ਆਪਣੇ ਖਾਣ ਪਾਣ ਦੀ ਜਿਹੜੀ ਚਿੰਤਾ, ਉਹਨੂੰ ਤਜ ਕਹੀਏ ਤਿਆਗ ਕੇ ਅਤੇ ਸਵੈ ਬਨਾਮ ਆਪਣੇ ਅੰਤਰ ਕਹੀਏ, ਕੰਨਾਂ ਵਿੱਚੋਂ ਐੜਾ ਨਿਕਲਿਆ, ਬਿੰਦੀ ਵਿੱਚ ਟਿੱਪੀ ਬਣ ਗਈ। ਸਵੈ ਅੰਤਰ ਭਾਵੇਂ ਆਪਣੇ ਅੰਦਰ ਜਾਂ ਆਪਣੇ ਮਨ ਵਿੱਚ, ਹਾਂਜੀ ਆਪਣੇ ਅੰਦਰ। ਜੇ ਤੂੰ ਜਿਹੜਾ ਅੰਤਰਮੁਖ ਹੋਵੇਂ, ਅਤੇ ਅੰਤਰਮੁਖ ਹੋ ਕੇ ਅਤੇ ਚਿੰਤਾਮਨ ਗੁਣ ਜੋਵੇ। ਅੰਤਰਮੁਖ ਹੋ ਕੇ ਜਿਹੜੀ ਚਿੰਤਾਮਨ ਪਾਠ ਇਕੱਠਾ, ਜੋ ਚਿੰਤਾਮਨ
ਚਿੰਤਾ ਪੂਰੀਆਂ ਕਰਨ ਵਾਲੀ ਮਣੀ ਹੈ, ਉਹ ਕੀ ਹੈ? ਆਤਮਾ ਸਰੂਪ। ਚਿੰਤਾ ਮਨ ਤੋਂ ਭਾਵ ਆਤਮ, ਤੇ ਗੁਣ ਦਾ ਅਰਥ ਸਰੂਪ। ਜੋ ਆਤਮ ਸਰੂਪ ਨੂੰ ਜਿਵੇਂ ਕਹੀਏ ਦੇਖੇ, ਤੇ ਦੇਖੇ ਕਿੱਥੇ? ਦੇਹ ਮੈਂ ਮਹਾਤਰੇ, ਜੋ ਦੇਹ ਦੇ ਵਿੱਚ ਮਹਾਤਰੇ ਕਹੀਏ, ਇਹ ਮਨਾ ਜੋ ਦੇਹ ਦੇ ਵਿੱਚ ਮਹੱਤ ਕਹੀਏ, ਬੜੀ ਭਾਰੀ ਵਸਤੂ ਆ, ਬਹੁਤ ਵੱਡੀ ਹੈ ਵਸਤੂ, ਉਹ ਕੀ? ਆਤਮਾ। ਜੇ ਤੂੰ ਆਤਮ ਸਰੂਪ ਆਪਣੇ ਨੂੰ ਦੇਖੇ, ਸਵਾਂਤਰ ਕਹੀਏ ਆਪਣੇ ਅੰਦਰ ਹੀ, ਅੰਤਰਮੁਖ ਹੋ ਕਰਕੇ, ਤਾਂ ਤੂੰ ਪ੍ਰਸੰਨ ਹੋਵੇਂਗਾ। ਠੀਕ ਆ। ਇਹ ਚਿੰਤਾ ਤਾਜ ਆਪਣੇ ਖਾਣ ਪੀਣ ਦੀ, ਆਪਣੇ ਹੋਰ ਸਾਰੀਆਂ ਚਿੰਤਾ ਛੱਡ ਕੇ ਕਹਿੰਦੇ ਜੇ ਤੂੰ ਸੋਵੇਂ, ਵੀ ਸੋ ਜਾਵੇਂ ਕਿੱਥੇ? ਸਾਰੀ ਚਿੰਤਾ ਛੱਡ ਕੇ ਤੂੰ ਕਹਿੰਦੇ ਸੋ ਜਾਵੇਂ ਕਿੱਦਾਂ? ਸਵੈ ਅੰਤਰ, ਆਪਣੇ ਅੰਦਰ ਹੋ ਕੇ, ਅੰਤਰਮੁਖ ਹੋ ਕੇ। ਜੇ ਤੂੰ ਅੰਤਰਮੁਖ ਹੋ ਗਏ, ਅੰਤਰਮੁਖ ਹੋ ਜਾਏ ਨਾ, ਅੰਤਰਮੁਖ ਹੈ ਮਨਾ, ਸਵੈ ਅੰਤਰ ਆਪਣੇ ਮਨ ਵਿੱਚ ਹੀ, ਜਾਂ ਤੂੰ ਵੀ ਆਪਣੇ ਆਪ ਵਿੱਚ ਹੀ ਹੋ ਜੇ, ਤੇ ਪ੍ਰਸੰਨ ਹੋਵੇਂਗਾ। ਕਿੱਦਾਂ? ਚਿੰਤਾ ਮਨ ਗੁਣ ਜੋ ਹੈ, ਜੇ ਤੂੰ ਚਿੰਤਾ ਮਨੀ ਭਾਵ ਆਤਮਾ ਨੂੰ, ਆਤਮ ਗੁਣ ਕਈ ਸਰੂਪ, ਗੁਣ ਦਾ ਸਰੂਪ ਲੈਣਾ। ਜੋ ਆਤਮ ਰੂਪ ਨੂੰ ਜਾਂ ਆਤਮ ਸਰੂਪ ਨੂੰ ਜਿਵੇਂ ਕਹੀਏ ਦੇਖੇ, ਜੋ ਦੇਹ ਮੈਂ ਮਹੱਤਰੇ, ਜੇ ਰੇ ਕਹੀਏ ਹੇ ਮਨਾ, ਜੋ ਦੇਹ ਦੇ ਵਿੱਚ ਮਹੱਤ ਕਹੀ ਬਹੁਤ ਵੱਡੀ ਵਸਤੂ ਹੈ, ਜੇ ਤੂੰ ਉਹਨੂੰ ਦੇਖੇ, ਜਾਂ ਚਿੰਤਾ ਮਨ ਦਾ ਅਰਥ ਆਤਮਾ, ਤੇ ਗੁਣ ਦਾ ਅਰਥ ਵਿਚਾਰ। ਜੇ ਤੂੰ ਆਤਮਾ ਦੀ ਵਿਚਾਰ ਕਰਕੇ ਜਿਵੇਂ ਕਹੀਏ ਦੇਖੇ, ਦੇਹ ਦੇ ਵਿੱਚ ਵੀ ਜੋ ਬਹੁਤ ਮਹਾਨ ਵੱਡੀ ਵਸਤੂ ਹੈ, ਤੇ ਤੂੰ ਪ੍ਰਸੰਨ ਹੋਵੇਂਗਾ। ਭਾਵ ਤੈਨੂੰ ਇਹ ਮਨਾ ਸਾਰੀ ਚਿੰਤਾ ਛੱਡ ਕੇ ਆਪਣੇ ਆਪ ਵਿੱਚ ਹੋਣਾ ਚਾਹੀਦਾ, ਭਾਵ ਆਪਣੇ ਆਪ ਦੀ ਵਿਚਾਰ ਕਰਨੀ ਚਾਹੀਦੀ, ਆਪਣੇ ਆਤਮਾ ਦੀ ਵਿਚਾਰ ਕਰਨੀ ਚਾਹੀਦੀ ਹੈ, ਤੇ ਤੈਨੂੰ ਅੰਤਰਮੁਖ ਹੋ ਜਾਣਾ। ਅੰਤਰਮੁਖ ਹੋਵੇਂਗਾ ਤੇ ਤੂੰ ਪ੍ਰਸੰਨ ਹੈ। ਬਾਹਰੀ ਪਦਾਰਥ ਵੇਖ ਕੇ ਤੇ ਤੂੰ ਦੁਖੀ ਹੋ ਰਿਹਾ, ਤੇ ਜੇ ਅੰਤਰਮੁਖ ਹੋਵੇਂਗਾ ਤੇ ਤੂੰ ਚਿੰਤਾ ਮਣੀ ਆਤਮਾ ਦੀ ਵੀ ਗੁਣ ਕਹੀਏ ਵਿਚਾਰ ਕਰੇਂਗਾ। ਉਸ ਨੂੰ ਵਿਚਾਰ ਕਰਕੇ ਜਦੋਂ ਜਿਵੇਂ ਕਹੀਏ ਦੇਖੇਂਗਾ, ਜੋ ਦੇਹ ਤੇ ਮੈਂ ਮਹੱਤਰੇ, ਜੋ ਦੇਹ ਦੇ ਵਿੱਚ ਮਹੱਤ ਬਹੁਤ ਵੱਡੀ ਮਹਾਨ ਹੈ, ਤਾਂ ਕਹਿੰਦੇ ਫਿਰ ਤੂੰ ਪ੍ਰਸੰਨ ਹੋਵੇਂਗਾ। ਤਾਂ ਤੇ ਅਬ ਲਖਤ ਨਾ ਤੇਰੋ ਕਿਦੋਂ ਸਿੱਧ ਹੋਏ। ਤਾਂ ਤੇ ਕਹੀਏ ਵੀ ਤਿਸ ਜੋ ਬ੍ਰਹਮ ਸਰੂਪ ਆ, ਹਾਂਜੀ ਉਸ ਬ੍ਰਹਮ ਸਰੂਪ ਆ, ਕਿ ਉਹ ਜਿਹੜਾ ਬ੍ਰਹਮ ਸਰੂਪ ਆ, ਉਸ ਤੋਂ ਤੇਰੀਆਂ ਸਾਰੀਆਂ ਜਿਹੜੀਆਂ ਅਬਲਖਤ ਕਹੀਏ ਇੱਛਾਵਾਂ ਆ, ਖਵਾਇਸ਼ਾਂ ਆ, ਉਹ ਪੂਰੀਆਂ ਨਹੀਂ ਹੋਣਗੀਆਂ। ਸਿੱਧ ਕਹੀਏ, ਸਿੱਧ ਨਾ ਹੋਏਗੀਆਂ, ਪੂਰੀ ਨਹੀਂ ਹੋਏਗੀ। ਸਿੱਧ ਦਾ ਅਰਥ ਪੂਰੀ, ਹਾਂਜੀ ਹੋਏ ਦਾ ਅਰਥ ਹੋਏ, ਇਹ ਕਹਿੰਦੇ ਉਹ ਪੂਰੀ ਨਹੀਂ ਹੋਏਗੀ। ਕਿਦੋਂ ਦਾ ਅਰਥ ਲਾਉਣਾ? ਕੀ? ਤਾਂ ਤੇ ਕਹੀਏ ਤਾਂ ਤੇ ਉਸ ਤੋਂ ਭਾਵ ਜਦੋਂ ਆਤਮ ਸਰੂਪ ਨੂੰ ਜਾਣੇਗਾ, ਕਿ ਉਹ ਤੇ ਵੇਖੋ ਉਹਦੀ ਚਿੰਤਾ ਦੀ ਮਣੀ ਹੈ, ਚਿੰਤਾ ਨੂੰ ਪੂਰੀਆਂ ਕਰਨ ਵਾਲੀ ਹੈ ਮਣੀ ਹੈ ਆਤਮਾ, ਤੇ ਉਸ ਆਤਮਾ ਤੋਂ ਅਬਲਖਤ ਕਹੀਏ ਇੱਛਾ ਨਾ ਕਹੀਏ ਨਹੀਂ, ਤੇ ਤੇਰੋ ਕਹੀਏ ਤੇਰੀ ਜਿਹੜੀ ਹੈ ਕਦੋਂ ਕਹੀਏ ਕਿ ਸਿੱਧ ਹੋਏਗੀ, ਭਾਵ ਨਹੀਂ ਸਿੱਧ ਹੋਏਗੀ ਤੇਰੀ ਇੱਛਾ, ਕਿਉਂ? ਭਾਵ ਪੂਰੀਆਂ ਹੋਣਗੀਆਂ, ਹਾਂਜੀ ਕਿ ਤੇਰੀਆਂ ਮਨ ਦੀਆਂ ਇੱਛਾ ਕੀ ਸਿੱਧ ਨਹੀਂ ਹੋਣਗੀਆਂ, ਭਾਵ ਹੋਣਗੀਆਂ। ਉਸ ਤੋਂ ਸੁਦਾ ਪਾਨ ਕਰੇ ਤੇ ਨਾ ਕਿਦੋਂ ਵਿਆਹ ਹੱਥ ਰੇ, ਦੱਸ ਵੀ ਨਹੀਂ ਹੋ ਸਕਦੀਆਂ, ਤੇ ਫਿਰ ਕਿਦੋਂ ਦਾ ਅਰਥ ਲਾਉਣਾ? ਕੀ ਸੁਦਾ ਪਾਨ ਕਰੇ ਤੇ ਨਾ ਕਿਦੋਂ, ਕੀ ਵੀ ਹੁਣ ਸੁਦਾ ਪਾਨ ਕੋਈ ਅੰਮ੍ਰਿਤ ਪਾਨ ਕਰੇ, ਤੇ ਅੰਮ੍ਰਿਤ ਪਾਨ ਕਰੇ ਤੋਂ ਜਿਹੜਾ ਵਿਆਹ ਦੀ ਜਿਹੜੀ ਬਿਮਾਰੀ ਹੈ ਉਹ ਹੱਥ ਨਾਸ ਨਹੀਂ ਹੁੰਦੀ ਹੈ। ਪ੍ਰਸ਼ਨ ਆ, ਜਿਵੇਂ ਉੱਪਰ ਦ੍ਰਿਸ਼ਟਾਂਤ ਦਿੱਤਾ ਵਾ ਵੀ ਤੂੰ ਇੰਨੀ ਚਿੰਤਾ ਕਰਦਾ ਵਾ, ਕਿ ਇਹ ਮਨਾ ਜੇ ਤੂੰ ਆਤਮ ਸਰੂਪ ਨੂੰ ਦੇਖ ਲਵੇਂ, ਸਾਰੀ ਚਿੰਤਾ ਛੱਡ ਕੇ ਬਾਹਰ ਮੁਖ ਭੱਜਾ ਫਿਰਦਾ, ਅੰਤਰਮੁਖ ਹੋ ਜਾਵੇਂ, ਤੇ ਤੇਰੀਆਂ ਸਾਰੀਆਂ ਇੱਛਾ ਪੂਰੀਆਂ ਹੋ ਜਾਣਗੀਆਂ ਹੈਂ। ਤਾਂ ਤੇ ਅਬ ਲਖਤ ਨਾ ਤੇਰੋ ਕਿਦੋਂ ਸਿੱਧ ਹੋਏ, ਤਾਂ ਤੇ ਜਾਂ ਇਹ ਵੀ ਇਸ ਤਰ੍ਹਾਂ ਜਾਂ ਇਸ ਕਰਕੇ ਅਬਲਾ ਇੱਛਾ ਤੇਰੀ ਜਿਹੜੀ ਖਵਾਇਸ਼ ਆ ਨਹੀਂ ਉਹ ਤੇਰੇ ਕੀ ਸਿੱਧ ਹੋਏਗੀ, ਭਾਵ ਜ਼ਰੂਰ ਸਿੱਧ ਹੋਏਗੀ। ਤਾਂ ਤੇ ਉਸ ਬ੍ਰਹਮ ਤੋਂ ਲਾ ਲਓ, ਤਾਂ ਤੇ ਕਹੀਏ ਉਸ ਆਤਮਾ ਤੋਂ, ਜਾਂ ਤਾਂ ਤੇ ਕਹੀਏ ਇਸ ਵਾਸਤੇ, ਇੱਦਾਂ ਵੀ ਅਰਥ ਲੱਗ ਜਾਣਾ। ਉਸ ਬ੍ਰਹਮ ਤੋਂ, ਉਸ ਆਤਮ ਸਰੂਪ ਜਾਣੇ ਤੋਂ ਕੀ ਤੇਰੀਆਂ ਇੱਛਾ ਪੂਰੀਆਂ ਨਹੀਂ ਹੋਣਗੀਆਂ, ਸਿੱਧ ਨਹੀਂ ਹੋਣਗੀਆਂ। ਜਿਵੇਂ ਸੁਦਾ ਪਾਨ ਕਰੇ ਤੇ ਵੀ ਅੰਮ੍ਰਿਤ ਪਾਨ ਕਰੇ ਤੇ ਜਿਹੜੀ ਆ ਬਿਮਾਰੀ ਉਹ ਨਾਸ ਹੋ ਜਾਂਦੀ ਆ,
ਕਿ ਤੂੰ ਦੱਸ ਵੀ ਸੁਦਾ ਪਾਨ ਕਰੇ ਤੇ ਨਾ ਕਿਦੋਂ ਵਿਆਦ ਹੱਥ ਰੇ, ਇਹ ਕਿਦੋਂ ਭਾਵ ਕਿ ਜਿਹੜਾ ਸੁਦਾ ਆ ਅੰਮ੍ਰਿਤ ਆ, ਅੰਮ੍ਰਿਤ ਨੂੰ ਪਾਨ ਕਰਕੇ ਪੀਣ ਕਰਕੇ ਤੇ ਕੀ ਉਹ ਜਿਹੜੀ ਵਿਆਦ ਬਿਮਾਰੀ ਆ ਉਹ ਹੱਥ ਨਾਸ ਨਹੀਂ ਹੁੰਦੀ ਹੈ, ਹੁੰਦੀ ਹੈ ਨਾ। ਇਸੇ ਤਰ੍ਹਾਂ ਤੇਰੇ 'ਤੇ ਵੀ ਜਿਹੜੀ ਆ ਕਲਾ ਵਰਤੇਗੀ, ਤੇਰੀਆਂ ਇੱਛਾ ਸਾਰੀਆਂ ਪੂਰੀਆਂ ਹੋ ਜਾਣਗੀਆਂ। ਇਸ ਦਾ ਵੀ ਜਿਹੜਾ ਖੁਲਾਸਾ ਮਹਾਂਪੁਰਸ਼ ਇਵੇਂ ਕਰਦੇ ਆ, ਭਾਵ ਆਪਣੇ ਮਨ ਨੂੰ ਉਪਦੇਸ਼ ਇਹਦੇ ਵਿੱਚ ਵੀ ਦੇ ਰਹੇ ਆ। ਮਨ ਦੇ ਰਾਹੀਂ ਹੀ ਉਪਦੇਸ਼ ਹੈ ਵੀ ਇਹ ਭਾਵ ਆਪਣੇ ਆਪ ਨੂੰ ਉਪਦੇਸ਼ ਆ ਕਿ ਧਨ ਵਾਸਤੇ ਮਨ ਵੇਖੋ ਹਰ ਵੇਲੇ ਭੱਜਾ ਹੀ ਫਿਰਦਾ, ਅਤੇ ਮਨ ਕੀ ਚਾਹੁੰਦਾ ਕਿ ਸ਼ਾਹੂਕਾਰ ਮੈਨੂੰ ਕੋਈ ਧਨ ਦੇ ਦੇਵੇ, ਰਾਜਾ ਖੁਸ਼ ਹੋ ਕੇ ਧਨ ਬਖਸ਼ ਦੇਵੇ, ਸ਼ਾਹੂਕਾਰ ਪ੍ਰਸੰਨ ਹੋ ਕੇ ਮੈਨੂੰ ਦੌਲਤ ਕੋਈ ਦੇ ਦੇਵੇ। ਅਤੇ ਉਹਨਾਂ ਧਨ ਵਾਲਿਆਂ ਨੂੰ ਖੁਸ਼ ਕਰਨ ਲਈ ਇਹ ਬੰਦਾ ਹਰ ਵੇਲੇ ਵੇਖੋ ਉਹਨਾਂ ਦੀ ਸੇਵਾ, ਉਹਨਾਂ ਦੇ ਲੱਤਾਂ ਝਾੜਦਾ, ਕਈ ਕੁਝ ਕਰਦਾ ਅਤੇ ਉਹਨਾਂ ਦੀ ਸੇਵਾ ਚਾਕਰੀ 'ਚ ਲੱਗਾ ਰਹਿੰਦਾ ਪਰਮਾਤਮਾ ਨੂੰ ਛੱਡ ਕੇ। ਨਾ ਇਹ ਦਿਨ ਵੇਖਦਾ, ਨਾ ਰਾਤ, ਨਾ ਧੁੱਪ ਵੇਖਦਾ, ਨਾ ਰਾਤ ਨਾ ਧੁੱਪ ਵੇਖਦਾ, ਨਾ ਛਾਂ, ਨਾ ਭੁੱਖ ਅਤੇ ਨਾ ਤੇਹ। ਗੱਲ ਕੀ ਕਿ ਆਪਣੇ ਸਰੀਰ ਦੀ ਸੁੱਧ ਬੁੱਧ ਭੁਲਾ ਕੇ ਉਸ ਇੱਕ ਮਿੱਟੀ ਦੇ ਪੁਤਲੇ ਬੰਦੇ ਨੂੰ ਖੁਸ਼ ਕਰ ਲਈ ਹਰ ਵੇਲੇ, ਅਤੇ ਹਰ ਤਰ੍ਹਾਂ ਦੀ ਸੇਵਾ ਕਰਦਾ ਰਹਿੰਦਾ। ਫਿਰ ਵੀ ਧਨ ਵਾਲਾ ਬੰਦਾ ਪ੍ਰਸੰਨ ਨਹੀਂ ਹੁੰਦਾ, ਕਿਉਂਕਿ ਬੰਦੇ ਨੂੰ ਆਦਤ ਆ ਵੀ ਲੋਕਾਂ ਕੋਲ ਹੱਥੜੀ ਕਰਾਉਣੀ ਅਤੇ ਜਾਣਦਾ, ਦੇਣਾ ਥੋੜ੍ਹੀ ਕੁਝ ਜਾਣਦਾ, ਦੇਣ ਵਾਰੀ ਤਾਂ ਮੂੰਹ ਵਿੰਗਾ ਕਰ ਲੈਂਦਾ। ਅਤੇ ਅਨੇਕਾਂ ਦੁੱਖ ਝਾਕਦਾ ਮਨੁੱਖ, ਅਤੇ ਪੀ ਕੇ ਮੇਰੇ ਉੱਤੇ ਇਹਦੀ ਪ੍ਰਸੰਨਤਾ ਹੀ ਪ੍ਰਗਟ ਹੋ ਹੀ ਜਾਵੇ ਇਸ ਸ਼ਾਹੂਕਾਰ ਦੀ, ਤਾਂ ਵੀ ਕਹਿੰਦੇ ਵੇਖੋ ਭਾਗ ਕਿ ਇਸ ਦਾ ਕੁਝ ਨਹੀਂ ਹੁੰਦਾ ਹੈ। ਜਿਹੜਾ ਸੇਵਕ ਆ ਉਹ ਸੇਵਾ ਕਰਦਾ ਕਰਦਾ ਮਰ ਜਾਣ ਦੀ ਹਾਲਤ ਤੱਕ ਪੁੱਜ ਜਾਂਦਾ, ਪਰ ਧੰਨਵਾਨ ਜਿਹੜਾ ਆ ਉਹਦਾ ਤਾਂ ਪ੍ਰਸੰਨ ਹੋਣਾ ਕਿਤੇ ਭਾਗਾਂ ਵਾਲਾ ਹੀ ਆ, ਕਿਤੇ ਹੋ ਜੇ ਤਾਂ ਹੋ ਜੇ, ਕਿਤੇ ਰਿਹਾ ਉਹਦੇ ਕੰਨ ਜੂੰ ਨਹੀਂ ਸਰਕਦੀ, ਉਹਦਾ ਤਾਂ ਉਹ ਕਹਿੰਦਾ ਕੀਤਾ ਕੱਖ ਨਹੀਂ ਹੈ, ਪੈਸੇ ਦੇਣ ਵਾਰੀ ਉਹ ਕਹਿੰਦਾ ਤੁਸੀਂ ਕੀਤਾ ਨਹੀਂ ਸਹੀ। ਇਸ ਤਰ੍ਹਾਂ ਭਰਥਰੀ ਹਰੀ ਸਿੱਧ ਜੋਗੀ ਮਹਾਰਾਜ ਉਪਦੇਸ਼ ਦਿੰਦੇ ਆ ਕਿ ਇਹ ਮਨ ਤੂੰ ਇਸ ਗੱਲ ਦਾ ਮਾਣ ਨਾ ਕਰ, ਜੋ ਮਹਾਰਾਜ ਪ੍ਰਸੰਨ ਹੋ ਕੇ ਜਗੀਰ ਬਖਸ਼ ਦੇਣਗੇ ਜਾਂ ਵੀ ਕੋਈ ਕਾਮਨਾ ਪੂਰੀ ਕਰ ਦੇਣਗੇ ਮਨਾ, ਤੂੰ ਤੇ ਉਸੇ ਵਿੱਚ ਖੁਸ਼ ਰਹਿ ਅਤੇ ਆਪਣਾ ਵੀ ਮਾਣ ਛੱਡ ਵੀ ਮੈਂ ਭਾਵੇਂ ਕੁਝ ਪਾ ਲੂੰਗਾ, ਉੱਥੋਂ ਤੋਂ ਕੁਝ ਨਹੀਂ ਮਿਲਣਾ, ਸਗੋਂ ਉਹਨਾਂ ਦੀ ਸੇਵਾ ਸੁਵਾ ਛੱਡ ਕੇ ਉਹਨਾਂ ਦਾ ਵੀ ਮਾਣ ਨਾਸ ਕਰ, ਅਤੇ ਉਹਨਾਂ ਵੱਲ ਕਦੇ ਵੇਖੀ ਵੀ ਨਾ ਵੀ ਉਹ ਕੌਣ ਕੌਣ ਨਹੀਂ। ਜਦੋਂ ਆਪਾਂ ਲੋਕਾਂ ਦੀ ਚਾਕਰੀ ਕਰਦੇ ਸਗੋਂ ਸਿਰ 'ਤੇ ਚੜ੍ਹਦੇ। ਦੂਜੀ ਗੱਲ ਇਹ ਆ ਵੀ ਸਰੀਰ ਅਤੇ ਕੁਟੁੰਬ ਦੀ ਵੀ ਪਾਲਣਾ ਕਿਵੇਂ ਹੋਊਗੀ, ਇਹ ਵੀ ਬੰਦੇ ਦਾ ਮਨ 'ਚ ਆਉਂਦੀ ਹੈ। ਇਸ ਲਈ ਕਹਿੰਦੇ ਹਨ ਕਿ ਆਪਣੇ ਸਰੀਰ ਦੀ ਚਿੰਤਾ ਵੀ ਛੱਡ ਦੇ ਅਤੇ ਪਰਿਵਾਰ ਦੇ ਸਰੀਰ ਦੀ ਵੀ ਚਿੰਤਾ ਛੱਡ ਦੇ, ਕਿਉਂਕਿ ਪਿੱਛੇ ਕਹਿ ਚੁੱਕੇ ਆ ਕਿ ਜੋ ਕੁਝ ਅਤੇ ਉਸ ਜ਼ਰੂਰ ਹੋ ਹੀ ਜਾਵੇਗਾ, ਤੇਰਾ ਫਲ ਤੈਨੂੰ ਹੀ ਮਿਲੇਗਾ। ਪਰਮਾਤਮਾ ਦੀ ਇਹ ਸਿਧਾਂਤ ਆ, ਜੋ ਤੈਨੂੰ ਮਿਲਣਾ ਤੈਨੂੰ ਮਿਲਣਾ, ਹੋਰ ਕੋਈ ਲੈ ਨਹੀਂ ਸਕਦਾ, ਅਤੇ ਜਿਹੜਾ ਤੈਨੂੰ ਮਿਲਣਾ ਨਹੀਂ ਆ ਅਤੇ ਉਹ ਤੂੰ ਕਦੋਂ ਲੈ ਵੀ ਨਹੀਂ ਸਕਦਾ। ਫਿਰ ਚਿੰਤਾ ਜਿਹੜੀ ਤੇਰੀ ਕਰਨੀ ਆ ਇਹ ਤਾਂ ਫਾਲਤੂ ਦੀ, ਕੋਈ ਫਾਇਦਾ ਨਹੀਂ ਆ। ਬਸ ਨਾ ਸਥਿਤ ਹੋ ਕੇ ਨਿਸ਼ਚਰ ਰੱਖ ਕੇ ਵਾਹਿਗੁਰੂ ਸਿਮਰਨ ਵਿੱਚ ਲੱਗਾ ਰਹਿ। ਹੁਣ ਬਾਕੀ ਗੱਲ ਰਹੀ ਜਿਹੜੀ ਕਾਮਨਾ ਪੂਰੀਆਂ ਹੋਣ ਦੀ, ਅਤੇ ਉਹ ਵੀ ਤੇਰੇ ਕਹਿੰਦੇ ਪੂਰੀ ਹੋ ਹੀ ਜਾਊਗੀ, ਕਿਉਂਕਿ ਉਹਨਾਂ ਮਿਸਾਲ ਦਿੱਤੀ ਵੇਖੋ ਸੁਦਾ ਪਾਨ ਕਰੇ ਤੇ ਨਾ ਕਿਦੋਂ ਵਿਆਦ ਹੱਥ ਰੇ, ਕਿ ਅੰਮ੍ਰਿਤ ਪੀਣ ਵਾਲੇ ਦੀ ਬਿਮਾਰੀ ਦੂਰ ਨਹੀਂ ਹੁੰਦੀ। ਮਨਾ ਦੱਸ ਅੰਮ੍ਰਿਤ ਪੀਂਦਿਆਂ ਬਿਮਾਰੀ ਤਾਂ ਕਿਤੇ ਨਹੀਂ, ਸਗੋਂ ਮੌਤ ਵੀ ਦੂਰ ਹੋ ਜਾਂਦੀ ਹੈ, ਬੰਦਾ ਅਮਰ ਹੋ ਜਾਂਦਾ। ਇਸੇ ਤਰ੍ਹਾਂ ਜਿਹੜੇ ਆਤਮ ਸਰੂਪ ਦੀ ਕਥਾ ਕਰਦੇ, ਆਤਮ ਸਰੂਪ ਦਾ ਧਿਆਨ ਧਰਦੇ ਆ, ਸਿਮਰਨ ਕਰਦੇ ਪਰਮੇਸ਼ਰ ਦਾ, ਅਤੇ ਉਹਨਾਂ ਦੀਆਂ ਕੀ ਕਾਮਨਾਵਾਂ ਪੂਰੀਆਂ ਨਹੀਂ ਹੋਣਗੀਆਂ, ਸਿੱਧ ਨਹੀਂ ਹੋਣਗੀਆਂ, ਉਹ ਤਾਂ ਨਿਸ਼ਚੇ ਪੂਰਵਕ ਉਹਨਾਂ ਦੀ ਇੱਛਾ ਪੂਰੀਆਂ ਹੋਣਗੀਆਂ। ਤੂੰ ਆਪਣੇ ਆਪ ਦੀ ਵਿਚਾਰ ਕਰ, ਆਪ ਸਵਾਰੀ ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰੇ ਸਭ ਜੁਗ ਤੇਰਾ ਹੋਏ। ਜੇ ਤੂੰ ਤੂੰ ਲੋਕਾਂ ਦਾ ਹੋਣਾ ਚਾਹੁੰਦਾ
ਪਰਮਾਤਮਾ ਤਾਂ ਹੋਣਾ ਨਹੀਂ ਚਾਹੁੰਦਾ, ਲੋਕ ਤੇਰੇ ਵੀ ਨਹੀਂ ਹੁੰਦੇ ਜਿੰਨਾ ਤੂੰ ਹੋਣ ਦੀ ਕੋਸ਼ਿਸ਼ ਕਰਦਾ। ਹਾਂ, ਜੇ ਤੂੰ ਆਪਣੇ ਆਪ ਨੂੰ ਸਵਾਰ ਕੇ ਤੇ ਪਰਮਾਤਮਾ ਦੇ ਨਾਲ ਇੱਕ ਮਿੱਕ ਹੋ ਜਾਵੇਂ ਤੇ ਦੁਨੀਆ ਤੇਰੇ ਪਿੱਛੇ ਲੱਗੀ ਫਿਰੇ, ਫਿਰ ਤੇ ਤਿੰਨੇ ਲੋਕਾਂ 'ਚ ਤੇਰੀ ਜੈ ਜੈਕਾਰ ਹੁੰਦੀ ਰਹੇ। ਇਸ ਕਰਕੇ ਮਨਾ ਥੋੜ੍ਹੀ ਅਕਲ ਕਰ, ਅਤੇ ਐਵੇਂ ਕਿ ਲੋਕਾਂ ਦੀ ਚਾਕਰੀ ਅਸਲੀ ਕਰਦਾ ਫਿਰਦਾ ਅਤੇ ਦੂਜਿਆਂ ਦੀ ਪ੍ਰਸੰਨਤਾ ਲੈਣ ਲਈ ਕਿੰਨੇ ਕਲੇਸ਼ ਝੱਲਦਾ, ਅਤੇ ਉਹਨਾਂ ਦੀ ਸੇਵਾ ਸੁਆ ਛੱਡ, ਆਪਣਾ ਵੀ ਮਾਣ ਛੱਡ, ਅਤੇ ਉਹਨਾਂ ਦੀ ਸੇਵਾ ਛੱਡੇਗਾ ਅਤੇ ਅੱਗੋਂ ਸਗੋਂ ਉਹਨਾਂ ਦੇ ਮਾਣ ਨਾਸ ਹੋਊਗਾ। ਨਹੀਂ ਤੁਸੀਂ ਭੂਤਰੇ ਫਿਰਦੇ ਵੀ ਅਸੀਂ ਵੱਡੇ ਲੋਕ ਹੁੰਦੇ ਹਾਂ। ਸੋ ਇਸ ਤਰ੍ਹਾਂ ਦਾ ਤੂੰ ਆਪਣਾ ਸੁਭਾਅ ਬਣਾ। ਭਾਵ ਇਹ ਮਨਾ ਤੂੰ ਜੋਤ ਸਰੂਪ ਆ ਅਤੇ ਜੋਤ ਸਰੂਪ ਹੀ ਬਣ ਕੇ ਰਹਿ। ਵਿਚਾਰ ਕਰ ਆਪਣੇ ਆਤਮ ਸਰੂਪ ਦੀ, ਭਲਾ ਚਾਹੁੰਦਾ ਹੈ ਅਤੇ ਇਹ ਸਰੀਰ ਵਿੱਚ ਬੜਾ ਵੱਡਾ ਇੱਕ ਅਮੋਲਕ ਹੀ ਮਣੀ ਛੁਪਿਆ ਹੋਇਆ ਹੈ, ਉਹ ਕੀ ਆਤਮਾ, ਉਹਦੀ ਵਿਚਾਰਧਾਰਾ। ਦੋਹਰਾ ਤਨ ਮੋਹ ਤਨਕ ਨਿਵਾਸ ਤਵ। ਇਹ ਮਨ ਤਨ ਮੋਹ ਕਹੀਏ ਸਰੀਰ ਵਿੱਚ, ਇਸ ਸਰੀਰ ਵਿੱਚ ਜਿਹੜਾ ਤਨਕ ਨਿਵਾਸ ਤਵ ਕਹੀਏ ਤੇਰਾ, ਤਨਕ ਕਹੀਏ ਥੋੜ੍ਹਾ ਚਿਰ ਜਾਈ, ਥੋੜ੍ਹਾ ਜਿਹਾ ਹੀ ਨਿਵਾਸ ਹੈ। ਭਾਵ ਤੂੰ ਥੋੜ੍ਹੇ ਚਿਰ ਦਾ ਹੀ ਅਤੇ ਗਵਾਂਢ ਇਹਦੇ ਵਿੱਚ ਨਿਵਾਸੀ ਹੈ। ਚਿੰਤਾ ਮਨ ਤਾਜ ਤਾਹੇ ਤਦੇ ਹੀ ਚਿੰਤਾਮਣੀ ਜਿਹੜੀ ਹੈ, ਭਾਵ ਆਤਮਾ ਹੈ। ਅਤੇ ਉਸ ਆਤਮਾ ਦੀ ਆਤਮ ਵਿਚਾਰ ਜਿਹੜਾ ਛੱਡ ਦਿੱਤਾ ਤੂੰ। ਬੌਰ ਕ੍ਰਿਪਨ ਗ੍ਰਹਿ ਭਰਾਵ ਸਹਿਤ, ਬੌਰ ਕ੍ਰਿਪਨ ਗ੍ਰਹਿ ਭਰਾਵ ਸਹਿਤ, ਇਹ 'ਤੇ ਵਿਸ਼ਰਾਮ। ਅਤੇ ਬੌਰ ਅਤੇ ਫਿਰ ਜਿਹੜੇ ਕ੍ਰਿਪਨ ਸੂਮ ਲੋਕ ਆ, ਸੂਮ ਧਨੀ ਆ, ਭਾਵ ਕੰਜੂਸ ਪੁਰਸ਼ ਆ, ਉਹਨਾਂ ਦੇ ਗ੍ਰਹਿ ਕਹੀਏ ਘਰ ਜਿਹੜੇ ਆ, ਉਹਨਾਂ ਘਰ ਅੱਗੇ ਤੂੰ ਜਾਂਦਾ ਅਤੇ ਘਰਾਂ ਵਿੱਚ ਜਾ ਕੇ ਦਰਾਵ ਹਿਤ ਕਾਹੇ, ਦਰਾਵੈ ਨਾਮ ਕੀ ਆ, ਧਨ ਦਾ, ਹਿਤ ਕਹੀਏ ਵਾਸਤੇ, ਧਨ ਉਹਦੇ ਵਾਸਤੇ ਤੂੰ ਜਿਹੜਾ ਕਾਹੇ ਕਹੀਏ ਕਿਉਂ, ਜਿਹੜਾ ਹੈ ਸਹਿੰਦਾ ਹੈ, ਪ੍ਰਭਵ ਕਹੀਏ ਨਰਾਦਰ, ਨਰਾਦਰ ਕੋ ਸਹਿੰਦਾ ਹੈ। ਤਨ ਮੋਹ ਤਨਕ ਨਿਵਾਸ ਹਿਤ ਮਨੁੱਖ ਹੈ ਮਨਾ, ਤੇਰਾ ਦੇ ਸਰੀਰ ਵਿੱਚ ਜਿਹੜਾ ਤਨਕ ਥੋੜ੍ਹਾ ਚਿਰ ਹੀ ਨਿਵਾਸ ਹੈ, ਅਤੇ ਤੂੰ ਕੀ ਕੀਤਾ ਵਾ, ਚਿੰਤਾਮਣੀ ਜਿਹੜੀ ਆਤਮਾ ਸਰੂਪ ਆ ਤਾਹੇ ਕਹੀਏ ਉਸ ਨੂੰ ਤਾਂ ਤੂੰ ਛੱਡ ਦਿੱਤਾ ਹੈ, ਅਤੇ ਜਾਂ ਵੀ ਉਸ ਨੂੰ ਛੱਡ ਕੇ ਤਾਹੇ ਚਿੰਤਾਮਨ ਤਜ ਤਾਹੇ, ਉਸ ਚਿੰਤਾਮਣੀ ਤਜਗੀ ਛੱਡ ਕੇ, ਅਤੇ ਬੌਹਰ ਕਹੀਏ ਜਿਹੜੇ ਫਿਰ ਮੁੜ ਜਿਹੜੇ ਕ੍ਰਿਪਨ ਕੰਜੂਸ ਲੋਕ ਆ, ਧਨੀ ਬਣੇ ਫਿਰਦੇ ਆ, ਉਹਨਾਂ ਦੇ ਗ੍ਰਹਿ ਕਈ ਘਰਾਂ ਦੇ ਵਿੱਚ ਜਾ ਕੇ ਤੂੰ ਦਰਾਵੈ ਹਿਤ ਧਨ ਵਾਸਤੇ ਕਾਹੀ ਕਹੀ, ਕਿਸ ਵਾਸਤੇ ਜਿਹੜਾ ਪ੍ਰਭ ਕਈ ਨਰਾਦਰ ਸਹਿਤ ਕਹੀਏ ਸਹਿੰਦਾ ਹੈ, ਕਿਉਂ ਹਿਸਾਬ ਫਿਰਦਾ, ਦੱਸ ਦਿਨ ਕੀ ਮਿਲਦਾ। ਉਮਰ ਤੇਰੀ ਬਹੁਤੀ ਨਹੀਂ ਹੈ, ਜਿਹੜੀ ਉਮਰ ਹੈਗੀ ਉਹਨੂੰ ਤਾਂ ਇੱਜ਼ਤ ਨਾਲ ਜੀਣਾ ਚਾਹੀਦਾ, ਤੂੰ ਆਪਣੀ ਡੰਡ ਲਵਾਉਣ 'ਚ ਹੀ ਰਹਿਣਾ ਖੁਸ਼ ਹੈਂ। ਤੇਰਾ ਬੁਰਾ ਹਾਲ ਤੂੰ ਚਾਹੁੰਦਾ ਵੀ ਬਸ ਮੈਨੂੰ ਕੋਈ ਨਾ ਕੁਝ ਮਿਲ ਹੀ ਜਾਵੇ, ਲੋਕਾਂ ਗਾਲਾਂ ਮੰਦਾ ਕਰਾਈ ਜਾਣਾ। ਕਹਿਣ ਤੋਂ ਭਾਵ ਇਹ ਆ ਵੀ ਇਸ ਦੌਰੇ ਵਿੱਚ ਵੀ ਇੱਕ ਤਾਂ ਇਹ ਜਿਹੜੀ ਮਨੁੱਖ ਦੇ ਆ ਬੜੀ ਮਿਲੀ ਬੜੀ ਮੁਸ਼ਕਿਲ ਆ, ਭਈ ਪ੍ਰਾਪਤ ਮਾਨੁਖ ਦੇਹਰੀ ਆ, ਹਾਂਜੀ, ਅਤੇ ਗੋਬਿੰਦ ਮਿਲਣ ਕੀ ਤੇਰੀ ਬਰੀ ਆ, ਗੁਰ ਸੇਵਾ ਦੇ ਭਗਤ ਕਮਾਈ ਤਬੇ ਮਾਨਸ ਦੇਹੀ ਪਾਈ। ਅਤੇ ਇਸ ਮਨੁੱਖ ਦੇ ਵਿੱਚ ਤਾਂ ਨਿਵਾਸ ਕਰਨ ਦਾ ਜਿਹੜਾ ਸਮਾਂ ਆ ਵੀ ਬੜਾ ਥੋੜ੍ਹਾ, ਕਲਯੁੱਗ ਦੇ ਹਿਸਾਬ ਨਾਲ 100 ਸਾਲ ਹੀ ਪੂਰਾ ਨਹੀਂ ਅੱਜ ਕੱਲ੍ਹ। ਅਤੇ ਚਾਹੀਦਾ ਤਾਂ ਇਹ ਸੀ, ਭਰਤਰੀ ਜੀ ਕਹਿੰਦੇ ਆਪਣੇ ਮਨ ਨੂੰ ਕਿ ਮਨਾ ਇਹ ਥੋੜ੍ਹੇ ਜਿੰਨੇ ਸਮੇਂ ਵਿੱਚ ਜਨਮ ਨੂੰ ਜਿੱਤ ਲਿਆ ਜਾਂਦਾ, ਕਮਾਈ ਕੀਤੀ ਜਾਂਦੀ, ਪਰਮਾਤਮਾ ਦੇ ਨਾਮ ਨੂੰ ਜਪਿਆ ਜਾਂਦਾ, ਇਹ ਜਨਮ ਜਿੱਤਿਆ ਜਾਂਦਾ, ਦੁਲਾਭ ਦੇ ਤਤਕਾਲ ਉਧਾਰੇ ਹੋ ਜਾਂਦਾ, ਕਿਉਂਕਿ ਆਇਆ ਉਹ ਪ੍ਰਮਾਣ ਹੈ ਜੇ ਕੁਲ ਕਾ ਕਰੇ ਉਧਾਰ, ਕੁਲ ਦਾ ਵੀ ਭਲਾ ਕਰਦੇ। ਪਰ ਮੂਰਖ ਮਨਾ ਤੂੰ ਵੇਖ ਬੰਦਗੀ ਨੂੰ ਅਤੇ ਜਨਮ ਜਿੱਤਣ ਨੂੰ ਤਾਂ ਤੂੰ ਛੱਡ ਹੀ ਦਿੱਤਾ ਹੈ। ਜਿਹੜੇ ਪੈਸੇ ਵਾਲੇ ਉਹਨਾਂ ਦੇ ਬੂਹੇ ਅੱਗੇ ਜਾ ਜਾ ਕੇ ਅਤੇ ਅਨੇਕਾਂ ਤਰ੍ਹਾਂ ਦੀਆਂ ਸੇਵਾ ਖੁਸ਼ਾਮਦਾਂ ਕਰਦਾ, ਤੁਹਾਡੇ ਬੱਚੇ ਜੀ ਤੁਹਾਡਾ ਹੋ ਜੇ, ਕਾਰੋਬਾਰ ਵਾਧਾ ਹੋਏ ਤਾਂ ਰੱਬ ਬਹੁਤਾ ਵਧਾ ਦੇਵੇ, ਅਤੇ ਉਹਨਾਂ ਨੂੰ ਪ੍ਰਸੰਨ ਕਰਦਾ ਅਤੇ ਧਨ ਪ੍ਰਾਪਤ ਕਰਨ ਦੀ ਇੱਛਾ ਕਰ ਰਿਹਾ,
ਪਰ ਉਹ ਅਗਲੇ ਪਾਸੇ ਕਿਹੜੇ ਚੰਗੇ ਆ। ਉਹ ਸਮੁੰਦਰ ਸਮਾਨ ਉਹਨਾਂ ਕੋਲ ਅਤੁੱਲ ਧਨ ਪਦਾਰਥ ਆ ਦੀ ਉਹਨਾਂ ਦੀ ਬੇਅੰਤ ਮਾਲਕੀ ਹੈ। ਪਰ ਉਹ ਸਿੰਧ ਧਨੀ ਕਹੂੰ ਦੇ ਨਾ ਕਨੀ। ਪਰ ਉਹ ਸਮੁੰਦਰ ਵਰਗੇ ਧਨੀ ਲੋਕ, ਧਨ ਦੇ ਬਹੁਤੇ ਮਾਲਕ, ਕਿਹਨੂੰ ਕਣੀ ਮਾਤਰ ਦੇ ਕੇ ਰਾਜੀ ਨਹੀਂ ਆ। ਤਾਂ ਉਹਨਾਂ ਲੋਕਾਂ ਤੋਂ ਧਨ ਤੇ ਪ੍ਰਾਪਤ ਹੁੰਦਾ ਕੋਈ ਨਹੀਂ ਆ। ਉਲਟਾ ਬੇਇੱਜ਼ਤੀ ਕਰਾ ਕੇ ਹੀ ਅਨੇਕਾਂ ਦੁੱਖ ਪਾ ਰਿਹਾ। ਅੱਜ ਗੱਲਾਂ ਸੁਣਦੇ ਹਾਂ, ਤੁਹਾਡੇ ਬੱਚੇ ਜੀ, ਤੁਹਾਡਾ ਆਹ ਹੋਵੇ, ਤੁਹਾਡਾ ਜੇ ਹੋਵੇ। ਅਤੇ ਉਹ ਅਗਲੇ ਵੀ ਗੱਲਾਂ ਕਰਦੇ ਆ ਵੀ ਤੂੰ ਸਾਨੂੰ ਇੰਨਾ ਚੜ੍ਹਾਈ ਕਰਾਉਣ ਡਿਆ, ਸਾਡੀ ਜੀ ਜੈ ਜੈਕਾਰ ਕਰਾਉਣ ਡਿਆ, ਤੂੰ ਆਪਣੀ ਕਿਉਂ ਨਹੀਂ ਕਰ ਲੈਂਦਾ। ਜਿਵੇਂ ਗਲੀਆਂ ਤੁਰੇ ਫਿਰਦੇ ਹੱਥ ਵੇਖਣ ਵਾਲੇ, ਲਓ ਤੁਹਾਡੀ ਕਿਸਮਤ ਦੱਸੀਏ ਵੀ ਤੂੰ ਆਪਣੀ ਕਿਸਮਤ ਕਿਉਂ ਨਹੀਂ ਵੇਖੀ ਕਿ ਤੇਰੀ ਕਿਸਮਤ ਕੀ ਹੈ, ਤੈਨੂੰ ਕਿਉਂ ਫਿਰ ਇਹ ਗੱਲ ਪਈ ਹੈ ਮੰਗਣ ਦੀ। ਇਸ ਪ੍ਰਕਾਰ ਕਹਿਣ ਤੋਂ ਭਾਵ ਇਹ ਹੈ ਕਿ ਤੂੰ ਗੱਲ ਮੰਨਾ, ਆਪਣੇ ਪਰਮਾਰਥ ਨੂੰ ਜਿੱਤਣਾ ਚਾਹੀਦਾ ਤੈਨੂੰ, ਇੱਧਰ ਪਾਸੇ ਲੱਗਣਾ ਚਾਹੀਦਾ। ਐਵੇਂ ਬੇਇੱਜ਼ਤੀ ਕਾਹਨੂੰ ਕਰਾਉਣਾ ਫਿਰਦਾ, ਕੋਈ ਫਾਇਦਾ ਨਹੀਂ ਹੈ ਤੇਰਾ, ਐਵੇਂ ਨਾਲ ਬੇਇੱਜ਼ਤੀ ਕਰਾਉਣਾ। ਅਤੇ ਹੈ ਤੂੰ ਵੇਖੋ ਪਰਮਾਤਮਾ ਦੀ ਅੰਸ਼, ਅਤੇ ਕੀ ਤੂੰ ਗਲਾਂ ਦੇ ਜਿਹੜੇ ਹਾਰ ਪਵਾਉਣ ਡਿਆ ਜੀਣ ਦਾ ਕੋਈ ਤੇਰਾ ਹਾਲ ਨਹੀਂ। ਮਨਾ ਤੈਨੂੰ ਬੰਦਗੀ ਕਰਨੀ ਚਾਹੀਦੀ ਹੈ। ਯਥਾ ਕਬਿਤ, ਜਿਸ ਤਰ੍ਹਾਂ ਦਾ, ਯਥਾ ਕਹੀਏ ਜੈਸਾ ਹੈ ਵੈਸਾ ਹੀ ਪਾ, ਸੱਚਾ ਸੁੱਚਾ ਕਬਿਤ। ਇੰਦਰਿਓ ਇਹ ਪਾਠ ਹੈ ਇੰਦਰੌਲ, ਇਹ ਅਸਲ ਵਿੱਚ ਯਈਆ ਅੱਧਾ ਹੀ ਪਾਉਣਾ। ਅਤੇ ਯਈਏ ਦੀ ਸਿਹਾਰੀ ਨਿਕਲੂ, ਰਾਰੀ ਨੂੰ ਸਿਹਾਰੀ ਹੋ ਜਾਊ, ਅਤੇ ਯਈਏ ਨੂੰ ਹੋੜਾ ਭਾਵ ਊੜੇ ਨੂੰ ਹੋੜਾ ਹੋ ਜਾਊ। ਇੰਦਰੀਓ ਕੇ ਭੋਗ ਸਾਰੇ, ਭਾਰੇ ਰੋਗ ਦੇ ਨਵਾਰੇ। ਕਬਿਤ ਵਿੱਚ ਕਹਿੰਦੇ ਆ ਇੰਦਰੀਓ ਕੇ ਆ ਨੇਤਰ, ਹਾਂਜੀ, ਸਰਵਣ, ਰਸਨਾ, ਨੱਕ, ਚਮੜੀ, ਭਾਵ ਗਿਆਨ ਇੰਦਰੀ ਹੈ ਨਾ ਇਹ। ਅਤੇ ਇਹਨਾਂ ਦੇ ਜਿਹੜੇ ਵਿਸ਼ੇ ਆ ਰੂਪ, ਰਸ, ਸ਼ਬਦ, ਸਪਰਸ਼, ਗੰਧ, ਇਹ ਜਿਹੜੇ ਵਿਸ਼ੇ ਆ, ਭੋਗ ਆ। ਇੰਦਰੀਆਂ ਦੇ ਜਿਹੜੇ ਸਾਰੇ ਹੀ ਵਿਸ਼ੇ ਭੋਗ ਆ, ਇਹ ਬੜਾ ਭਾਰਾ ਦੁੱਖ ਦੇਣ ਵਾਲੇ। ਇੰਦਰੀਆਂ ਕੇ ਭੋਗ ਸਾਰੇ, ਇੰਦਰੀਆਂ ਦੇ ਜਿਹੜੇ ਭੋਗ ਆ ਨਾ, ਭੋਗ ਵਿਸ਼ੇ ਆ ਸਾਰੇ, ਭਾਰੇ ਰੋਗ ਦੇਣ ਔਰ ਭਾਰੇ ਆ ਕੀ ਆ, ਭਾਰੇ ਰੋਗ ਦੇਣ ਵਾਲੇ ਕਹੀਏ ਵਾਲੇ, ਬੜੇ ਭਾਰੀ ਰੋਗ ਦੇਣ ਵਾਲੇ, ਰੋਗ ਕਹੀਏ ਦੁੱਖ ਦੇਣ ਵਾਲੇ। ਤਾਂ ਕੋ ਕੀਜੇ ਹੇ ਮਤ ਸ੍ਰੇਹ ਪਥ ਪਤਾ ਜਰੇ, ਤਾਂ ਕੋ ਕੀਜੇ ਹੇ ਦਾ ਅਰਥ ਤਿਆਗ। ਇਸ ਕਰਕੇ ਇਹ ਮਨਾ, ਤਾਂ ਕੋ ਕਹੀਏ ਉਹਨਾਂ ਇੰਦਰੀਆਂ ਦੇ ਭੋਗਾਂ ਦਾ ਜਿਹੜਾ ਤੂੰ ਇਹ ਕਹੀਏ ਤਿਆਗ, ਕੀਜੇ ਕਹੀਏ ਕਰ, ਉਹਨਾਂ ਦਾ ਤਿਆਗ ਕਰ, ਵਿਸ਼ਿਆਂ ਦਾ, ਭੋਗਾਂ ਦਾ ਤਿਆਗ ਕਰ। ਮਤ ਸ੍ਰੇਹ ਪਥ ਤਜਰੇ, ਦੇ ਮਤ ਕਹੀਏ ਮਤਾਂ, ਇਹ ਮਨਾ, ਮਤ ਰੇ ਦਾ ਅਰਥ ਰੇ ਤੋਂ ਚੁੱਕ ਲੈਣਾ ਇਹ ਮਨਾ, ਕਿਉਂਕਿ ਮਨ ਦੀ ਸਾਰੀ ਵਿਚਾਰ ਹੋ ਰਹੀ ਹੈ ਮਨਾ। ਅਤੇ ਮਤਾਂ ਜਿਹੜਾ ਨਾ ਸ੍ਰੇਹ ਕਹੀਏ ਮੁਕਤੀ ਦਾ, ਪਥ ਕਹੀਏ ਰਸਤਾ, ਉਹਨੂੰ ਤੂੰ ਤਜ ਕਹੀਏ ਛੱਡ। ਪਰ ਮੁਕਤੀ ਦੇ ਰਾਹ ਨੂੰ ਨਾ ਛੱਡ, ਸਗੋਂ ਪੱਕਾ ਕਰ। ਮਤ ਦਾ ਅਰਥ ਮਤਾਂ ਜਾਂ ਮਤ ਦਾ ਅਰਥ ਹੁੰਦਾ ਨਾਂ, ਅਤੇ ਨਾ ਮੁਕਤੀ ਦੇ ਰਸਤੇ ਨੂੰ ਤੂੰ ਛੱਡ, ਅਤੇ ਜਾਂ ਮਤਾਂ ਮੁਕਤੀ ਦਾ ਰਸਤਾ ਛੱਡ। ਪਾਪ ਅੰਦਰ ਪਾਠ ਲਿਖਿਆ ਇੱਥੇ, ਅੰਦਰ ਪਾਠ ਗਲਤ ਹੈ, ਅਸਲ ਵਿੱਚ ਪਾਠ ਹੈਗਾ ਅਦਰ, ਐੜਾ ਦੱਦੇ ਦੇ ਪੈਰ 'ਚ ਰਾਰਾ, ਅਤੇ ਅਦਰ ਦਾ ਅਰਥ ਹੁੰਦਾ ਪਾਠ। ਪਾਪ ਅਦਰ ਨਾਸਨ ਕੋ ਬੱਜਰ ਪਾਕ ਸਾਸਨ ਕੋ, ਪਾਪ ਅਦਰ ਕਹੀਏ ਪਹਾੜ, ਪਾਪਾਂ ਰੂਪ ਪਹਾੜ ਦੇ ਨਾਸਨ ਕੋ ਕਹੀਏ ਨਾਸ ਕਰਨ ਨੂੰ ਜਾਂ ਨਾਸ ਕਰਨ ਵਾਸਤੇ, ਬੱਜਰ ਪਾਕ ਸਾਸਨ ਕੋ, ਜੇ ਕਹਿੰਦੇ ਜੇ ਨਹੀਂ ਪੜ ਜਾਓ, ਪਾਪ ਅਦਰ ਨਾਸਨ ਕੋ, ਪਾਪਾ ਰੂਪ ਪਹਾੜ ਦੇ ਨਾਸ਼ ਕਰਨ ਨੂੰ ਕਹਿੰਦੇ ਬੱਜਰ,
ਬੱਜਰ ਭਾਵ ਬੱਜਰ ਜਿਹੜਾ ਸ਼ਾਸਤਰ ਆ ਉਹ ਕੀ ਆ, ਪਾਕ ਸ਼ਾਸਨ ਕਹੀਏ ਇੰਦਰ, ਪਾਕ ਸ਼ਾਸਨ ਨਾਮ ਇੰਦਰ ਦਾ। ਇੰਦਰ ਦੇ ਬੱਜਰ ਸ਼ਾਸਤਰ ਸਮਾਨ ਹੈ। ਕਿ ਪਾਪਾਂ ਰੂਪ ਪਹਾੜ ਨੂੰ ਨਾਸ ਕਰਨ ਨੂੰ ਕਹਿੰਦੇ ਜੋ ਬੱਜਰ ਸ਼ਸਤਰ ਦੇ ਇੰਦਰ, ਪਾਕ ਸ਼ਾਸਨ ਕਹੀਏ ਇੰਦਰ ਦੇ ਬੱਜਰ ਸ਼ਸਤਰ ਸਮਾਨ ਹੈ। ਦਾਹਿਕ ਦੁੱਖ ਘਾਸਨ ਖੋ, ਅਤੇ ਜੋ ਕਹਿੰਦੇ ਵੀ ਫਿਰ ਦੋਖ ਕਹੀਏ ਗੁਨਾਹ, ਗਨਾਹ ਰੂਪ ਜਿਹੜੀ ਘਾਸਨ ਕੋ ਕਹੀਏ ਘਾਹ ਨੂੰ, ਗਨਾਹ ਰੂਪ ਘਾਹ ਨੂੰ, ਘਾਹ ਫੂਸ ਨੂੰ। ਦਾਹੇ ਕਹੀਏ ਸਾੜਨ ਵਾਲਾ, ਦਾਹੇ ਨਾਮ ਸਾੜ ਦਿੰਦਾ, ਸਾੜਦਾ ਭਾਵ ਜੋ ਦੋਸ਼ਾਂ ਰੂਪ ਗਨਾਹ ਰੂਪ ਘਾਹ ਨੂੰ ਦਾਹੇ ਕਹੀਏ ਸਾੜਦਾ ਆ। ਮੋਖ ਸਿੱਖੀ ਸਾਜਰੇ, ਉਹ ਕੀ ਆ ਮੁਕਤੀ ਰੂਪ ਜਿਹੜੀ ਸਿੱਖੀ ਆ ਗਿਆ ਉਹਨੂੰ ਤੂੰ ਸਾਜ ਕਹੀਏ ਸਜਾ ਲੈ ਬਜਾ ਲੈ ਰੇ ਕਹੀਏ ਹੇ ਮਨਾ ਇੰਦਰੀਆਂ ਦੇ ਭੋਗ ਸਾਰੇ ਦੁੱਖ ਦੇਣ ਵਾਲੇ ਆ, ਉਹਨਾਂ ਨੂੰ ਛੱਡ ਕੇ ਮੁਕਤੀ ਦਾ ਰਸਤਾ ਫੜ ਜੋ ਪਾਪਾ ਰੂਪ ਪਹਾੜਾਂ ਨੂੰ ਨਾਸ ਕਰਨ ਨੂੰ ਇੰਦਰ ਦੇ ਬੱਜਰ ਸ਼ਸਤਰ ਸਮਾਨ ਆ, ਅਤੇ ਦੋਸ਼ਾਂ ਰੂਪ ਗੁਨਾਹ ਰੂਪ ਘਾਹ ਨੂੰ ਜੋ ਸਾੜਨ ਵਾਲਾ ਹੈ, ਸਾੜਨ ਦੇ ਸਮਾਨ ਆ। ਉਹ ਕੀ ਆ, ਮੁਕਤੀ ਰੂਪ ਸਿੱਖੀ ਜਿਹੜੀ ਆ ਗਿਆ ਉਹਨੂੰ ਸਜਾ ਲਾ ਬਜਾ ਲਾ ਬਾਲ ਲਾ। ਹੋ ਜੋ ਸਾਂਤ ਭਾਵ ਵਿੱਚ ਪ੍ਰਾਪਤ ਕਦਾਪ ਨੀਚ, ਨੀਚ ਦਾ ਅਰਥ ਚੁੱਕਣਾ ਇੱਥੋਂ, ਬੇਸ਼ਰਮ। ਨੀਚ ਦਾ ਅਰਥ ਕੀ ਹੁੰਦਾ ਵਾ, ਨੀਚ, ਮਾੜਾ, ਬਹੁਤ ਘਟੀਆ। ਹੋ ਜੋ ਸਾਂਤ ਭਾਵ ਵਿੱਚ, ਤੂੰ ਹੋ ਜਾ ਸ਼ਾਂਤੀ ਨੂੰ, ਤੂੰ ਹੋ ਜਾ ਸ਼ਾਂਤ ਭਾਵ ਬੀਜ ਕਹੀਏ ਸੰਸਾਰ ਦੇ ਵਿੱਚ ਪ੍ਰਾਪਤ, ਤੂੰ ਸ਼ਾਂਤੀ ਨੂੰ ਪ੍ਰਾਪਤ ਹੋ ਜਾ ਸੰਸਾਰ ਵਿੱਚ। ਕਦਾਪ ਕਦੇ ਤਾਂ, ਇਹ ਨੀਚਾ ਤੂੰ ਕਦੇ ਤਾਂ ਸ਼ਾਂਤੀ ਨੂੰ ਪ੍ਰਾਪਤ ਹੋ ਜਾ ਸੰਸਾਰ ਵਿੱਚ ਰਹਿੰਦਿਆਂ। ਆਪਣੀ ਕਲੋਲ ਲੋਲ ਗਤ ਤੇ ਨਾ ਲੱਜ ਰੇ, ਰੇ ਦਾ ਅਰਥ ਹੈ ਮਨਾ। ਆਪਣੀ ਜਿਹੜੀ ਕਲੋਲ ਆ, ਕਲੋਲ ਕੋਈ ਖੇਡਾਂ ਆ, ਵਿਕਾਰਾਂ ਦੀ ਮੌਜ ਆ, ਅਤੇ ਲੋਲ ਕੋਈ ਚੰਚਲ ਜਿਹੜੀ ਗਤੀ ਆ, ਉਹਨਾਂ ਤੋਂ ਕਦੇ ਤਾਂ ਤੂੰ ਜਿਹੜੀ ਆ ਲੱਜ ਸ਼ਰਮ ਕਰ, ਉਹਨਾਂ ਤੋਂ ਕਿਉਂ ਨਹੀਂ ਤੂੰ ਲੱਜਿਆ ਕਰਦਾ। ਇਹ ਬੇਸ਼ਰਮ ਨੀਚ, ਕਦੇ ਤਾਂ ਆਪਣੀ ਚੰਚਲ ਗਤੀ ਵਾਲੇ ਜਿਹੜੇ ਕਲੋਲਾਂ ਤੋਂ ਹਟ ਕੇ ਸ਼ਾਂਤੀ ਭਾਵ ਨੂੰ ਵਿੱਚ ਪ੍ਰਾਪਤ ਹੋ ਜਾ। ਤੂੰ ਕਿਉਂ ਅੱਤ ਚੁੱਕੀ ਹੋਈ ਹੈ, ਠੀਕ ਹੈ ਜੀ। ਹੋ ਜੋ ਸ਼ਾਂਤ ਭਾਵ ਵਿੱਚ, ਕਹਿੰਦੇ ਆ ਵੀ ਸ਼ਾਂਤ ਹੋ ਜਾ ਸੰਸਾਰ ਵਿੱਚ, ਸ਼ਾਂਤੀ ਨੂੰ ਪ੍ਰਾਪਤ ਹੋ ਜਾ। ਕਦੇ ਤਾਂ ਇਹ ਨੀਚਾ ਮਨਾ, ਆਪਣੀ ਕਲੋਲ ਜਿਹੜੀਆਂ ਆਪਣੀਆਂ ਕਲੋਲਾਂ ਖੇਡਾਂ ਅਤੇ ਲੋਲ ਚੰਚਲਤਾਈਆਂ, ਉਹਦੀ ਜਿਹੜੀ ਚੰਚਲਤਾਈ ਦੀ ਗਤ ਕਹੀਏ ਚਾਲ ਆ, ਉਹ ਚਾਲ ਨੂੰ ਕਹੀਏ ਨਾਸ ਕਰ, ਅਤੇ ਨਾ ਲੱਜ ਰੇ, ਨਾ ਪਾਠ ਹੱਡ ਕਰਨਾ, ਅਤੇ ਉਸ ਤੋਂ ਤੂੰ ਨਾ ਹੀ ਲੱਜ ਕਰ, ਲੱਜਿਆ ਕਰ, ਸ਼ਰਮ ਕਰ। ਚੰਗੇ ਕੰਮ ਤੋਂ ਕਦੀ ਸ਼ਰਮ ਨਹੀਂ ਕਰੀਦੀ, ਠੀਕ ਹੈ ਨਾ। ਇੱਧਰੋਂ ਨਾ ਕਰ, ਸ਼ਰਮ ਨਾ ਕਰ। ਆਪਣੀ ਜਿਹੜੀ ਖੇਡਾਂ ਨਾ ਵਿਕਾਰਾਂ ਦੀ ਮੌਜਾਂ ਦੀਆਂ ਚੰਚਲਤਾਈਆਂ ਦੀਆਂ, ਇਹ ਜਿਹੜੀ ਤੇਰੀ ਗਤ ਕਹੀਏ ਭੈੜੀ ਚਾਲ ਹੈ, ਇਹ ਤੋਂ ਨਾ ਤੂੰ ਗਤ ਕਹੀ ਨੂੰ ਨਾਸ ਕਰ, ਅਤੇ ਤੂੰ ਜਿਹੜਾ ਨਾ ਹੀ ਲੱਜ ਕੇ ਲੱਜਿਆ ਕਰ ਇਹਨਾਂ ਕੰਮਾਂ ਤੋਂ। ਭਾਵੇਂ ਚੰਗੇ ਕੰਮ ਤੋਂ ਲੱਜਿਆ ਨਹੀਂ ਕਰਦੀ, ਇਹਦੇ ਵਿੱਚ ਤਾਂ ਸਗੋਂ ਸੁੱਖ ਆ। ਚੰਗੇ ਕੰਮ ਕਰਨੇ ਚਾਹੀਦੇ ਆ, ਮਾੜੇ ਕੰਮ ਨਹੀਂ ਕਰਨੇ ਚਾਹੀਦੇ। ਅਤੇ ਜਿਹੜਾ ਨਲੱਜ ਪਾਠ ਇਕੱਠਾ ਵੀ ਨਨੇ ਨੂੰ ਸਿਹਾਰੀ ਪਾ ਲੈਣੀ, ਜਦੋਂ ਪਹਿਲਾ ਅਰਥ ਕਰਨਾ ਨੰਨਾ ਮੁਕਤਾ ਰੱਖਣਾ, ਅਤੇ ਫਿਰ ਨਨੇ ਨੂੰ ਸਿਹਾਰੀ ਪਾ ਕੇ ਬਾਣੇ ਨਾਲ ਪਾਠ ਇਕੱਠਾ ਕਰਕੇ ਨਲੱਜ ਹੈਂ, ਅਤੇ ਨਲੱਜ ਰਹੇ ਨਿਲੱਜ, ਲੱਜਿਆ ਤੋਂ ਰਹਿ ਭਾਵ ਸ਼ਰਮ ਤੋਂ ਰਹਿਤ, ਅਤੇ ਨੀਚਾ ਬੇਸ਼ਰਮਾ
ਕਦਾ ਵੀ ਕਈ ਕਦੇ ਤਾਂ ਤੂੰ ਜਿਹੜੀ ਆ ਉਹ ਕਦੇ ਤਾਂ ਤੂੰ ਸੰਸਾਰ ਵਿੱਚ ਸ਼ਾਂਤੀ ਨੂੰ ਪ੍ਰਾਪਤ ਹੋ ਜਾ। ਆਪਣੀਆਂ ਤੂੰ ਕਲੋਲਾਂ ਹੀ ਕਰਦਾ ਰਹਿੰਦਾ, ਚੰਚਲਤਾਈਆਂ ਕਰਦਾ ਰਹਿੰਦਾ, ਇਹ ਜੀ ਤੇਰੀ ਚਾਲ ਆ। ਇਹ ਤੂੰ ਛੱਡ ਕੇ ਕਦੇ ਤਾਂ ਸ਼ਾਂਤੀ ਨੂੰ ਪ੍ਰਾਪਤ ਹੋ ਜਾ। ਖਿਨ ਭੰਗ ਭਾਵ ਰਾਗ, ਖਿਨ ਭੰਗ ਭਾਵ ਰਾਗ, ਤਾਕੋ ਮਨ ਕਰੋ ਤਿਆਗ। ਤਾਕੋ ਪਾਠ ਨਹੀਂ ਕਰਨਾ, ਤਾਕੋ ਕਹਿਣਾ ਹੌਲੀ ਹੌਲੀ। ਅਤੇ ਫਿਰ ਕਹਿੰਦੇ ਹੇ ਮਨਾ, ਜੋ ਇੱਕ ਖਿਨ ਵਿੱਚ ਨਾਸ ਹੋ ਜਾਣ ਵਾਲੇ ਭਾਵ ਕਹੀਏ ਸੰਸਾਰ ਦੇ ਜਿਹੜੇ ਪਦਾਰਥ ਆ, ਅਤੇ ਉਹਨਾਂ ਪਦਾਰਥਾਂ ਦੇ ਤੂੰ ਰਾਗ ਕਹੀਏ ਮੋਹ ਆ, ਮੋਹ ਵਿੱਚ ਫਸਿਆ ਹੋਇਆ, ਅਤੇ ਉਸ ਮੋਹ ਨੂੰ ਤਾਕ ਕਹੀਏ ਉਸ ਨੂੰ ਮਨਾ ਤਿਆਗ ਕਰੋ, ਤਿਆਗ ਕਰ। ਮੋਹ ਕੋ ਵੈਰਾਗ ਸਹਿਕਾਰੀ, ਜੋ ਮੁਕਤੀ ਦਾ ਸਹਿਕਾਰੀ ਹੈ, ਸਹਾਇਕ ਹੋ ਗਈ ਵੈਰਾਗ ਆ। ਤਾਸ ਭਜ ਰੇ, ਤਾਸ ਕਹੀਏ ਉਸ ਦਾ ਭਜਨ ਕਰ, ਰੇ ਕਹੀਏ ਹੇ ਮਨਾ ਭਾਵ ਉਸ ਨੂੰ ਤੂੰ ਧਾਰਨ ਕਰ। ਠੀਕ ਆ, ਇਹਦੇ ਵਿੱਚ ਹੀ ਤੇਰਾ ਭਲਾ ਆ। ਖਿਨ ਭੰਗਰ ਹੈ ਨਾ, ਜੋ ਖਿਨ ਵਿੱਚ ਨਾਸ ਹੋ ਜਾਣ ਵਾਲੇ ਭਾਵ ਕਿ ਸੰਸਾਰ ਦੇ ਪਦਾਰਥ ਆ, ਉਹਨਾਂ ਦਾ ਜਿਹੜਾ ਰਾਗ ਤੂੰ ਮੋਹ ਕਰਦਾ, ਤਾਂ ਕੋ ਕਹੀਏ ਉਸ ਨੂੰ ਮਨਾ ਕਰ ਕੀ ਤਿਆਗ, ਮਤਲਬ ਤਿਆਗ ਕਰ। ਅਤੇ ਜੋ ਮੋਖ ਕੋ ਵੈਰਾਗ, ਮੁਕਤੀ ਦਾ ਜੋ ਵੈਰਾਗ ਸਹਿਕਾਰੀ ਹੈ, ਸਹਾਇਤਾ ਕਰਨ ਵਾਲਾ ਭਾਵ ਵੈਰਾਗ ਜ਼ਰੂਰੀ ਮੁਕਤੀ ਜੇਕਰ ਲੈਣੀ ਹੈ ਤਾਂ ਉਸ ਵੈਰਾਗ ਨੂੰ ਤੂੰ ਭਜ ਕਹੀਏ ਭਜਨ ਕਰ। ਉਸ ਵੈਰਾਗ ਦਾ ਭਾਵ ਵੈਰਾਗ ਨੂੰ ਚੇਤੇ ਕਰ, ਵੈਰਾਗ ਵਿੱਚ ਰਹਿ, ਅਤੇ ਵੈਰਾਗ ਹੀ ਭਾਵ ਭਜ ਕਹੀਏ ਧਾਰਨ ਕਰ ਲਾ। ਵੈਰਾਗ ਕਰੇਗਾ ਅਤੇ ਫਿਰ ਹੀ ਪਰਮਾਤਮਾ ਦੀ ਪ੍ਰਾਪਤੀ ਕਰ ਸਕਦਾ, ਕਿਉਂਕਿ ਜਿਹੜਾ ਰਾਗ ਆ ਇਸ ਨੇ ਤਾਂ ਜੀਵਨ ਸੰਸਾਰ ਵਿੱਚ ਬੰਨ੍ਹਿਆ ਹੋਇਆ ਮੋਹ ਨਹੀਂ। ਜਿੰਨਾ ਚਿਰ ਰਾਗ ਹਟ ਕੇ ਵਿਰਾਗ ਨਾ ਹੋਵੇ ਉਹਨਾਂ ਚਿਰ ਮੁਕਤੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਅਤੇ ਵਿਰਾਗ ਪ੍ਰਾਪਤੀ ਲਈ ਸਭ ਤੋਂ ਵੱਡੀ ਗੱਲ ਹੈ ਭੋਗਾਂ ਤੋਂ ਉਪਰਾਮ ਹੋ ਜਾਣਾ, ਮੂੰਹ ਮੋੜ ਦੇਣਾ ਵੀ ਮੇਰੇ ਵਾਸਤੇ ਸਹੀ ਨਹੀਂ ਹੈ। ਜਿੰਨਾ ਚਿਰ ਭੋਗਾਂ ਵੱਲੋਂ ਉਦਾਸੀ ਪ੍ਰਾਪਤ ਨਾ ਹੋਵੇ ਉਹਨਾਂ ਚਿਰ ਵਿਰਾਗ ਕਿਵੇਂ ਹੋ ਸਕਦਾ ਬੰਦੇ ਨੂੰ। ਜਦੋਂ ਅਸੀਂ ਫਸੇ ਹਾਂ, ਆ ਵੀ ਮਿਲ ਜੇ ਉਦੋਂ ਕਿੱਥੋਂ ਵਿਰਾਗ ਸਾਨੂੰ ਹੋਣਾ। ਅਤੇ ਵੈਸੇ ਵੀ ਜਦੋਂ ਬੰਦਾ ਖੁਸ਼ ਹੁੰਦਾ ਪਦਾਰਥਾਂ ਵਿੱਚ ਮਸਤ ਹੁੰਦਾ ਉਦੋਂ ਵਿਰਾਗ ਤਾਂ ਕਦੀ ਹੁੰਦਾ ਹੀ ਨਹੀਂ। ਜਦੋਂ ਧੱਕਾ ਲੱਗਦਾ ਉਦੋਂ ਹੀ ਇਹਨੂੰ ਉਪਰਾਮਤਾ ਹੁੰਦੀ। ਇਸ ਲਈ ਕਿਹਾ ਵੀ ਹੇ ਮਨਾ ਤੂੰ ਪਹਿਲੇ ਸੱਚ ਹੀ ਜਾਣ ਲਾ ਕਿ ਜਿੰਨੇ ਵੀ ਸੰਸਾਰਕ ਭੋਗ ਆ ਇਹਨਾਂ ਤੋਂ ਕਿਨਾਰਾ ਕਰ, ਇਹਨਾਂ ਤੋਂ ਪਿੱਛਾ ਛਡਾ। ਇਹ ਸਾਰੇ ਤੈਨੂੰ ਰੋਗ ਦੇਣ ਵਾਲੇ ਆ ਜਾਂ ਰੋਗ ਦਾ ਹੀ ਰੂਪ ਆ। ਇਸ ਲਈ ਜਿੰਨੀ ਵੀ ਛੇਤੀ ਹੋ ਸਕਦਾ ਇਹਨਾਂ ਭੋਗਾਂ ਤੋਂ ਜੋ ਪਾਪ ਪੈਦਾ ਹੋਏ ਆ ਉਹਨਾਂ ਨਾਲ ਬੁੱਧੀ ਮਲੀਨ ਹੋ ਗਈ ਹੈ ਤੇਰੀ। ਭਰੀਏ ਮਤ ਵਾਪਰ ਸੰਗ ਧੋਪੈ ਨਾਵੈ ਕਰੰਗ, ਨਾਮ ਦਾ ਜਪਣ ਕਰ ਅਤੇ ਉਹਨਾਂ ਪਾਪਾਂ ਦੇ ਨਾਸ਼ ਕਰਨ ਲਈ ਨਾਮ ਸਿਮਰਨ ਵਿੱਚ ਤੂੰ ਪ੍ਰੇਮ ਕਰ। ਪ੍ਰੇਮ ਭਗਤ ਪ੍ਰਾਪਤੀ ਲਈ ਸਭ ਤੋਂ ਪਹਿਲਾਂ ਸ਼ਾਂਤੀ ਭਾਵ ਹੋਣਾ ਚਾਹੀਦਾ, ਸ਼ਾਂਤ ਹੋਣਾ ਜ਼ਰੂਰੀ ਹੈ। ਬਾਕੀ ਉਹ ਵੀ ਸ਼ਾਂਤੀ ਜਿਹੜੀ ਆ ਅਤੇ ਪਰਮਾਤਮਾ ਦੇ ਨਾਮ ਨਾਲ ਹੀ ਪ੍ਰਾਪਤੀ ਹੁੰਦੀ ਅਸਲ ਵਿੱਚ। ਅਤੇ ਚਲੋ ਗ੍ਰੰਥਾਂ ਦੀ ਆਪਣੀ ਮੱਤ ਹੈ, ਕਿਉਂਕਿ ਜੇ ਸ਼ਾਂਤੀ ਆ ਗਈ ਫਿਰ ਨਾਮ ਦੀ ਕੀ ਜ਼ਰੂਰਤ ਹੈ। ਨਾਮ ਨਾਲ ਹੀ ਸ਼ਾਂਤੀ ਆਉਣੀ। ਸ਼ਾਂਤੀ ਪ੍ਰਾਪਤੀ ਵਾਸਤੇ ਆਪਣੀ ਚੰਚਲਤਾ ਦੀ ਜਿਹੜੀ ਗਤੀ ਦਾ ਤਿਆਗ ਕਰ। ਜਿਹੜਾ ਮਨ ਵਿੱਚ ਚੰਚਲਤਾ ਹੀ ਉਹਨੂੰ ਬਾਣੀ ਪੜ੍ਹ ਕੇ ਚੰਚਲਤਾ ਹੀ ਖਤਮ ਕਰ ਅਤੇ ਸ਼ਾਂਤੀ ਆਪੇ ਆ ਜਾਏਗੀ। ਅਤੇ ਜਦੋਂ ਸ਼ਾਂਤੀ ਆ ਜਾਏਗੀ ਅਤੇ ਫਿਰ ਗੁਰੂ ਦੀ ਕਿਰਪਾ ਨਾਲ ਮਨ ਚੰਚਲ ਨਹੀਂ ਹੋਊਗਾ, ਪਦਾਰਥਾਂ ਨੂੰ ਵੇਖ ਕੇ ਤਾਂ ਆਪੇ ਵਿਰਾਗ ਹੋ ਜਾਊਗਾ। ਅਤੇ ਵਿਰਾਗ ਹੀ ਮੁਕਤੀ ਦਾ ਸਹਾਇਕ ਹੈ। ਜਿੱਥੇ ਵਿਰਾਗ ਹੈ ਉੱਥੇ ਮੁਕਤੀ ਦਾ ਵਾਸਾ ਅਵੱਸ਼ ਪ੍ਰਾਪਤ ਹੁੰਦਾ ਹੈ। ਸੋ ਵਿਰਾਗ ਨੂੰ ਧਾਰਨ ਕਰਨ ਵਾਸਤੇ ਭਰਤ ਜੀ ਨੇ ਉਪਦੇਸ਼ ਕੀਤਾ ਹੈ ਵੀ ਇਹ ਗ੍ਰੰਥ ਵਿਰਾਗ ਦਾ ਹੀ, ਵਿਰਾਗ ਸ਼ਤਕ ਇਹਦਾ ਨਾਮ ਹੈ। ਸੋ ਆਪਾਂ ਜੇ ਸਮਾਪਤੀ ਕਰੀਏ, ਕਾਫੀ ਸਮਾਂ ਹੋ ਗਿਆ ਕਿਉਂਕਿ ਮਾਤੜ ਨੂੰ ਮਾੜੀ ਚੰਗੀ ਸਮਝ ਆ ਜਾਂਦੀ ਹੈ। ਜੇ ਕੋਈ ਸੁਣੇਗਾ ਤਾਂ ਉਹਨੂੰ ਸਮਝ ਛੇਤੀ ਨਹੀਂ ਆਊਗੀ, ਕਿਉਂਕਿ ਕਈ ਅੱਖਰ ਬੜੇ ਉਹ ਬਲੇਵਾਂ ਜਿਹਾ ਮਾਰ ਦਿੰਦੇ। ਸੋ ਇਸ ਕਰਕੇ ਥੋੜ੍ਹਾ ਹੌਲੀ ਪੜ੍ਹਨੇ ਕਰਕੇ ਸਮਾਂ ਲੱਗ ਜਾਂਦਾ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਿਚਾਰਾਂ ਦੀ ਸਮਾਪਤੀ। ਖਿਨ ਭੰਗ ਭਾਵ ਰਾਗ ਤਾਕੋ ਮਨ ਕਰੋ ਤਿਆਗ, ਮੋਹ ਕੋ ਵੈਰਾਗ ਸਹਿਕਾਰੀ ਤਾਸ ਭਜ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।